ਵਾਹਿਗੁਰੂ ਜੀ। ਗੁਰੂ ਨਾਨਕ ਭਾਗ ਪੰਕਜ ਬੰਦਨ, ਭਾਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋਂ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ। ਦ੍ਰਿੜ ਨਿਸ਼ਚਾ ਰਾਖੋ ਮਨ ਮਾਹੀ, ਮਿਲਹਿ ਕਿਰਪਾਲ ਦੇਰ ਕਛ ਨਾਹੀ। ਅਸ ਕਹਿ ਕਰੀ ਪਰਸ ਪਰ ਬੰਦਨ, ਗਵਨਿਓ ਸਿਮਰਤ ਬਿਘਨ ਨਿਕੰਦਨ। ਦ੍ਰਿੜ ਨਿਸ਼ਚਾ ਰਾਖੋ ਮਨ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਤ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਹੈ ਕਿ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਨਾਲ ਸ੍ਰੀ ਗੁਰੂ ਨਾਨਕ ਮਹਾਰਾਜ ਦਾ ਪਾਵਨ ਪਵਿੱਤਰ ਲੜੀਵਾਰ ਇਤਿਹਾਸ ਅਸੀਂ ਲਗਾਤਾਰ ਸਰਵਣ ਕਰ ਰਹੇ ਹਾਂ। ਔਰ ਗੁਰੂ ਪਾਤਸ਼ਾਹ ਜੀ ਦੇ ਮਿਹਰ ਦੇ ਨਾਲ, ਜੋ ਭਾਵਨਾ ਪਿਆਰ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਗੁਰੂ ਪਿਆਰੀਆਂ ਸਿੱਖ ਸੰਗਤਾਂ ਸਮੇਂ-ਸਮੇਂ ਅਨੁਸਾਰ ਆਪਣੀਆਂ ਭਾਵਨਾਵਾਂ ਨੂੰ ਉਜਾਗਰ ਕਰਦੇ ਹੋਏ ਗੁਰੂ ਚਰਨਾਂ ਦੇ ਵਿੱਚੋਂ ਬਰਕਤਾਂ ਤੇ ਬਖਸ਼ਿਸ਼ਾਂ ਦੀ ਪ੍ਰਾਪਤੀ ਲਈ ਅਸੀਂ ਵਿਸ਼ੇਸ਼ ਤੌਰ ਤੇ ਦੀਵਾਨ ਕਈ ਵਾਰ ਸਜਾਉਂਦੇ ਹਾਂ। ਤੋ ਅੱਜ ਦਾ ਦੀਵਾਨ ਵਿਸ਼ੇਸ਼ਤਾ ਰੂਪ ਦੇ ਵਿੱਚ ਸਾਡੇ ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ ਤੇ ਇਹਨਾਂ ਦੀ ਸਪੁੱਤਰੀ ਬੀਬੀ ਬਲਕੀਰਤ ਕੌਰ ਔਰ ਅਰਸ਼ਦੀਪ ਕੌਰ ਬੱਚੀ, ਉਹਨਾਂ ਦਾ ਜਨਮ ਦਿਹਾੜਾ, ਜਨਮ ਦਿਨ ਜਿਹੜਾ ਹੈ, ਉਸ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਤੋ ਸਹਿਜ ਪਾਠ ਦੇ ਭੋਗ ਪਾਏ ਗਏ ਹਨ। ਉਪਰੰਤ ਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰੱਬੀ ਬਾਣੀ ਦਾ ਸ਼ਬਦ ਕੀਰਤਨ ਆਪਾਂ ਸਰਵਣ ਕੀਤਾ ਹੈ। ਦੁਨੀਆ ਦਾ ਧਾਰਮਿਕ ਇਸ ਇਤਿਹਾਸ ਹੈ ਤਾਂ ਲੰਬਾ ਬਹੁਤ, ਪਰ ਜਦੋਂ ਬੇਸ਼ੱਕ ਹਰ ਯੁੱਗ ਦੇ ਵਿੱਚ ਅਵਤਾਰ ਲੋਕ, ਪੈਗੰਬਰ ਲੋਕ ਆਏ, ਜਿੱਥੇ ਉਹਨਾਂ ਨੇ ਅਧਿਆਤਮਕ ਕਰਮ ਜੋ ਹਨ
ਪਰਮਾਰਥ ਦੀ ਪ੍ਰਾਪਤੀ ਦੇ, ਉਹਨਾਂ ਨੂੰ ਦੁਨੀਆ 'ਚ ਪ੍ਰਵਿਰਤ ਕਰਕੇ ਰੱਬੀ ਪ੍ਰਾਪਤੀ ਦਾ ਮਾਰਗਦਰਸ਼ਨ ਜਿੱਥੇ ਕਰਵਾਇਆ, ਉੱਥੇ ਸੰਸਾਰ ਦੇ ਅੰਦਰ ਸਮਾਜਿਕ ਤੌਰ ਤੇ ਬੇਸ਼ੱਕ ਉਹਨਾਂ ਯਤਨ ਕੀਤੇ, ਪਰ ਦੇਖਿਆ ਗਿਆ ਹੈ ਕਿ ਔਰਤ ਜਾਤੀ ਵਾਸਤੇ ਜੋ ਵਿਸ਼ੇਸ਼ਤਾ ਚਾਹੀਦੀ ਸੀ ਪਰਮੇਸ਼ਵਰ ਦੀ ਰਚਨਾ ਦੇ ਵਿੱਚ, ਉਸ ਦੀ ਪ੍ਰਾਪਤੀ ਨਹੀਂ ਸੀ। ਕਿਉਂਕਿ ਜਦੋਂ ਤੱਕੀਏ ਇਸਲਾਮ ਧਰਮ ਹੈ, ਇਸਲਾਮ ਧਰਮ ਦੇ ਵਿੱਚ ਧਰਮ ਸਥਾਨ ਤੇ ਕਿਸੇ ਵੀ ਮੁਸਲਮਾਨੀ ਨੂੰ ਜਾ ਕਰਕੇ ਮਸੀਤ ਵਿੱਚ ਨਿਵਾਜ਼ ਕਰਨ ਦੀ ਆਗਿਆ ਅੱਜ ਤੱਕ ਨਹੀਂ ਹੈ। ਕਦੇ ਨਹੀਂ ਦੇਖੋਗੇ ਕੋਈ ਮੁਸਲਮਾਨੀ ਮਸੀਤ ਵਿੱਚ ਜਾਵੇ, ਅਧਿਕਾਰ ਨਹੀਂ। ਇਸੇ ਤਰ੍ਹਾਂ ਹੀ ਕ੍ਰਿਸ਼ਨ ਭਗਵਾਨ ਜੀ, ਰਾਮ ਭਗਵਾਨ ਜੀ ਜੁਗਾਂ ਜੁਗਾਂ ਦੇ ਅਵਤਾਰ ਆਏ ਨੇ, ਉਹਨਾਂ ਨੇ ਵੀ ਇਸ ਔਰਤ ਜਾਤੀ ਨੂੰ ਕੋਈ ਬਹੁਤਾ ਮਾਣ ਨਹੀਂ ਦਿੱਤਾ। ਭਗਵਾਨ ਰਾਮ ਜੀ ਠੀਕ ਹੈ ਅਵਤਾਰ ਸਨ, ਮਰਜ਼ਾਦਾ ਪੁਰਸ਼ੋਤਮ ਜ਼ਰੂਰ ਸਨ, ਪਰ ਜਦੋਂ ਮਾਤਾ ਸੀਤਾ ਜੀ ਦੇ ਸੰਬੰਧ ਵਿੱਚ ਲੰਕਾ ਨੂੰ ਸਾੜ ਕੇ ਮਾਰ ਕੇ ਰਾਵਣ ਨੂੰ ਸੀਤਾ ਜੀ ਨੂੰ ਲੈ ਆਂਦਾ, ਪਰ ਜੇ ਕਿਸੇ ਨੇ ਪਬਲਿਕ ਦੇ ਵਿੱਚੋਂ ਕਹਿ ਦਿੱਤਾ ਕਿ ਸੀਤਾ ਰਾਵਣ ਦੇ ਘਰ ਰਹਿ ਕੇ ਆਈ ਹੈ, ਇਸ ਵਾਸਤੇ ਸ਼ੱਕੀ ਨਿਗਾਹ ਨਾਲ ਦੇਖਦੇ ਤੇ ਅਗਨ ਪ੍ਰੀਖਿਆ ਵੀ ਕੀਤੀ ਗਈ। ਇਤਿਹਾਸ ਮਿਲਦਾ ਹੈ, ਅਗਨੀ ਬਾਲ ਕਰਕੇ ਉਹਦੇ ਵਿੱਚ ਸੀਤਾ ਜੀ ਨੂੰ ਛੁੱਟ ਕਰਕੇ ਦੇਖਿਆ, ਸੱਤ ਦੇ ਬਲ ਦੇ ਨਾਲ ਉਹ ਸਹੀ ਸਲਾਮਤ ਰਹੀ। ਪਰ ਫਿਰ ਵੀ ਜਦੋਂ ਭਗਵਾਨ ਰਾਮ ਜੀ ਨੂੰ ਇਹ ਗੱਲ ਕਹਿ ਦਿੱਤੀ ਕਿ ਠੀਕ ਹੈ ਭਗਵਾਨ ਰਾਮ ਜੀ, ਤੁਹਾਨੂੰ ਅਸੀਂ ਰਾਜਾ ਵੀ ਪ੍ਰਵਾਨ ਕਰਦੇ, ਅਵਤਾਰ ਵੀ ਮੰਨਦੇ ਹਾਂ, ਪਰ ਸੀਤਾ ਮਾਤਾ ਜੀ ਨੂੰ ਅਸੀਂ ਮਾਤਾ ਮੰਨਣ ਨੂੰ ਤਿਆਰ ਨਹੀਂ। ਤੇ ਭਗਵਾਨ ਰਾਮ ਜੀ ਨੇ ਬਨਵਾਸ ਦੇ ਦਿੱਤਾ ਸੀ। ਭਗਵਾਨ ਵਾਲਮੀਕ ਜੀ ਦੇ ਆਸ਼ਰਮ ਤੇ ਜਾ ਕੇ ਰਹਿਣਾ ਪਿਆ ਸੀ, ਔਰ ਲਹੂ ਜੀ ਦਾ ਅਵਤਾਰ ਵੀ ਉੱਥੇ ਜਾ ਕੇ ਵਾਲਮੀਕ ਦੇ ਆਸ਼ਰਮ ਤੇ ਹੀ ਹੋਇਆ। ਜੋ ਔਰਤ ਜਾਤੀ ਨੂੰ ਮਾਣ ਸਤਿਕਾਰ ਸੀ, ਲੱਗਦਾ ਹੈ ਇਹਨਾਂ ਇਤਿਹਾਸਾਂ ਨੂੰ ਪੜ੍ਹ ਕੇ ਕਿ ਇਤਨੀ ਗੌਰਵਤਾ ਦਾ ਇਤਿਹਾਸ ਨਹੀਂ ਸੀ। ਹੋਰ ਜਿਹੜਾ ਸਮਾਂ ਬਾਅਦ ਵਿੱਚ ਚੱਲਦਾ, ਇੱਥੇ ਤਾਂ ਬਹੁਤ ਘਟੀਆ ਰੂਪ ਦੇ ਵਿੱਚ ਬਚਨ ਕੀਤੇ ਜਾਂਦੇ ਰਹੇ ਧਾਰਮਿਕ ਲੋਕਾਂ ਦੇ ਕੋਲੋਂ ਕਿ ਔਰਤ ਜੋ ਹੈ ਇਹ ਪਵਿੱਤਰ ਨਹੀਂ ਹੈ, ਇਹਨੂੰ ਕਿਸੇ ਧਰਮ ਕਰਨ ਦੇ ਵਿੱਚ ਇਹਨੂੰ ਕੋਈ ਅਧਿਕਾਰ ਨਹੀਂ, ਕਿਉਂਕਿ ਇਹ ਅਪਵਿੱਤਰ ਹੈ। ਔਰ ਬਹੁਤ ਘਟੀਆ ਗੱਲਾਂ ਨਹੀਂ ਕਹਿਣੀਆਂ ਬਣਦੀਆਂ। ਪਰ ਜਦੋਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਗੁਰੂ ਪਾਤਸ਼ਾਹ ਜੀ ਨੇ ਰੱਬੀ ਬਾਣੀ ਦੇ ਵਿੱਚ ਇਹ ਨਾਅਰਾ ਬੁਲੰਦ ਕੀਤਾ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ। ਮੰਦਾ ਨਹੀਂ ਇਸ ਨੂੰ ਕਹਿਣਾ ਬਣਦਾ। ਤਾਂ ਮੇਰੇ ਸਤਿਗੁਰੂ ਪਾਤਸ਼ਾਹ ਕਲਗੀਆਂ ਵਾਲੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਜਿੱਥੇ ਬਖਸ਼ਿਸ਼ ਕੀਤੀ, ਜਿੱਥੇ ਸਿੰਘ ਨੂੰ ਦਾਤ ਬਖਸ਼ੀ ਉੱਥੇ ਸਿੰਘਣੀ ਨੂੰ ਨਾਲ ਦਾਤ ਬਖਸ਼ਿਸ਼ ਕੀਤੀ ਹੈ। ਜਿੱਥੇ ਮਹਾਰਾਜ ਨੇ ਮਰਦਾਂ ਨੂੰ ਦਾਤ ਬਖਸ਼ੀ ਉੱਥੇ ਔਰਤਾਂ ਨੂੰ ਦਾਤ ਬਖਸ਼ਿਸ਼ ਕੀਤੀ ਹੈ। ਮੇਰੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਗੁਰੂ ਘਰ ਦੇ ਵਿੱਚ ਇਹ ਮਾਣ ਸਤਿਕਾਰ ਬਖਸ਼ਿਸ਼ ਕੀਤਾ। ਅਤੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੁਨੀਆ ਵਿੱਚ ਆਏ ਅਵਤਾਰ ਧਾਰ ਕੇ, ਪਹਿਲਾਂ ਬੇਬੇ ਨਾਨਕੀ ਜੀ ਆਏ ਨੇ, ਵੱਡੇ ਭੈਣ ਜੀ, ਬਾਅਦ ਵਿੱਚ ਸਾਹਿਬ ਗੁਰੂ ਨਾਨਕ ਸਾਹਿਬ ਜੀ ਆਏ ਨੇ। ਔਰ ਬੇਬੇ ਨਾਨਕੀ ਜੀ ਨੇ ਆਪਣਾ ਸਿਦਕ ਭਰਾ ਕਰਕੇ ਨਹੀਂ, ਪਰਮੇਸ਼ਵਰ ਕਰਕੇ ਗੁਰੂ ਨਾਨਕ ਦੇ ਵਿੱਚ ਸਦਾ ਹੀ ਸਾਰਾ ਜੀਵਨ ਜਿਹੜਾ ਉਹਨਾਂ ਨੇ ਇਸੇ ਨਿਸ਼ਚੇ ਵਿੱਚ ਨਿਭਾ ਕਰਕੇ ਦਿਖਾ ਦਿੱਤਾ ਕਿ ਔਰਤ ਜਾਤ ਵਿੱਚ ਕਿਤਨੀ ਦ੍ਰਿੜਤਾ ਤੇ ਭਰੋਸਾ ਹੈ। ਤੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਇਹ ਜਿਹੜਾ ਇਤਿਹਾਸ ਅਸੀਂ ਵਾਚ ਰਹੇ ਹਾਂ ਰੋਜ਼ਾਨਾ, ਇਹਦੇ ਵਿੱਚ ਜ਼ਿਕਰ ਮਿਲਦਾ ਹੈ। ਸੋ ਇਸ ਪ੍ਰਕਾਰ ਵਚਨ ਮਿਲਦਾ ਹੈ ਕਿ ਇੱਕ ਸਤੀ ਅਨਸੂਆ ਹੋਈ ਹੈ। ਅਨਸੂਆ ਇੱਕ ਸਤੀ ਹੋਈ ਹੈ। ਕਹਿੰਦੇ ਨੇ ਉਹ ਸਤ ਵਰਤਾ ਧਰਮ ਵਿੱਚ ਕਾਇਮ ਸੀ, ਔਰ ਇਸ ਤਰੀਕੇ ਦੇ ਨਾਲ ਜਿਸ ਵੇਲੇ ਉਸ ਦਾ ਜਸ ਸਾਰੇ ਤਿੰਨਾਂ ਲੋਕਾਂ ਵਿੱਚ ਹੋਇਆ
ਸੱਚਖੰਡ ਵਾਸੀ ਬ੍ਰਹਮ ਗਿਆਨੀ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਕਥਾ ਵਿੱਚ ਇਹ ਬਚਨ ਸੋ ਬਖਸ਼ਿਸ਼ ਕੀਤੇ ਹਨ। ਕਹਿੰਦੇ ਨੇ ਉਸ ਵੇਲੇ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਇਹ ਵੱਡੇ ਦੇਵਤੇ ਮੰਨੇ ਜਾਂਦੇ ਨੇ। ਉਸ ਦਾ ਅਨਸੂਆ ਦਾ ਜਸ ਸੁਣ ਕੇ ਇਹਨਾਂ ਦੇ ਮਨ 'ਚ ਈਰਖਾ ਆ ਗਈ ਤੇ ਇਹਨਾਂ ਨੇ ਸੋਚਿਆ ਵੀ ਇਸ ਦਾ ਜਸ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਸੋ ਅਪਜਸ ਵਿੱਚ ਬਦਲਿਆ ਜਾਏ। ਇਹਨਾਂ ਨੇ ਤਿੰਨਾਂ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਪ੍ਰੇਰ ਕਰਕੇ ਤੇ ਭੇਜਿਆ ਕਿ ਇਹਦੇ ਸੱਤ ਵਿੱਚ ਫਰਕ ਪਾਇਆ ਜਾਏ। ਅਨਸੂਆ ਦੇ ਸੱਤ ਵਿੱਚ ਇਤਨਾ ਬਲ ਸੀ, ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਜਿਸ ਵੇਲੇ ਆਏ ਸਨ ਮਾੜੀ ਨਿਗਾਹ ਕਰਕੇ, ਮਾੜੀ ਨੀਤ ਕਰਕੇ, ਤੇ ਉਸ ਨੇ ਆਪਣੇ ਸੱਤ ਦੇ ਬਲ ਦੇ ਨਾਲ ਆ ਛੋਟੇ ਛੋਟੇ ਬਾਲਕ ਬੱਚੇ ਬਣਾ ਕੇ ਕੁੱਛੜ ਚੁੱਕ ਲਏ ਸਨ। ਤੇ ਜਿਸ ਵੇਲੇ ਇਉਂ ਹਾਲਤ ਬਣ ਗਈ, ਇਹਨਾਂ ਤਿੰਨਾਂ ਹੀ ਦੇਵੀਆਂ ਨੂੰ ਪਾਰਵਤੀ, ਲక్ష్ਮੀ, ਸਵਿਤਰੀ, ਇਹਨਾਂ ਨੂੰ ਜਾ ਕੇ ਇਸ ਪ੍ਰਕਾਰ ਪਛਤਾਉਣਾ ਪਿਆ ਸੀ ਤੇ ਜਾ ਕੇ ਮਿੰਨਤਾਂ ਕਰਨੀਆਂ ਪਈਆਂ ਸੀ ਕਿ ਅਸੀਂ ਅੱਗੇ ਵਾਸਤੇ ਗਲਤੀ ਨਹੀਂ ਕਰਦੀਆਂ, ਸਾਡੇ ਪਤੀ ਜਿਹੜੇ ਉਸੇ ਤਰ੍ਹਾਂ ਵਾਪਸ ਕਰ ਦਿਓ। ਤੋਂ ਭਾਵ ਸਾਹਿਬ ਗੁਰੂ ਨਾਨਕ ਦੇ ਘਰ ਵਿੱਚ ਔਰਤ ਨੂੰ ਮਾਣ ਪ੍ਰਾਪਤ ਹੈ। ਮਾਤਾ ਖੀਵੀ ਸੋ ਮਾਤਾ ਖੀਵੀ ਜੀ ਦਾ ਜ਼ਿਕਰ ਆਉਂਦਾ। ਤੋਂ ਇਸ ਤਰ੍ਹਾਂ ਸੋ ਖਾਲਸਾ ਪੰਥ ਵਿੱਚ ਸਾਡੀਆਂ ਬਹਾਦਰ ਸਿੰਘਣੀਆਂ ਦਾ ਕਿੱਥੇ ਇਤਿਹਾਸ ਪੜ੍ਹੀਏ ਲੂੰ ਖੜੇ ਹੋ ਜਾਂਦੇ ਨੇ। ਕੈਸੀ ਕੈਸੀ ਬਹਾਦਰੀ, ਕਿਹੋ ਜਿਹੀਆਂ ਕੁਰਬਾਨੀਆਂ ਜਿਹੜੀਆਂ ਵੱਧ ਚੜ੍ਹ ਕੇ ਕੀਤੀਆਂ ਨੇ। ਭਗਤੀ ਭਾਵ ਵਿੱਚ ਵੀ, ਸੂਰਮ ਗਤੀ ਦੇ ਵਿੱਚ, ਹਰ ਪੱਖ ਦੇ ਵਿੱਚ ਮੇਰੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ। ਤੇ ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ, ਉਹ ਕਹਿੰਦੇ ਨੇ ਪਰਮੇਸ਼ਰ ਕਿਰਪਾ ਕਰੇ, ਹਰ ਮਾਤਾ ਪਿਤਾ ਦੀ ਗੋਦ ਵਿੱਚ ਪੁੱਤਰ ਦੀ ਦਾਤ ਬਖਸ਼ਿਸ਼ ਕਰੇ, ਪਰ ਪੁੱਤਰ ਹੋਵੇ ਸੁਪੁੱਤਰ ਜੋ ਹੋਵੇ ਜ਼ਰੂਰ ਹੋਵੇ, ਕਪੁੱਤਰ ਨਾ ਕਿਸੇ ਦੇ ਘਰ ਹੋਵੇ। ਤੇ ਭਾਈ ਸਾਹਿਬ ਕਹਿੰਦੇ ਨੇ ਕਪੁੱਤੋਂ ਧੀ ਚੰਗੇਰੜੀ, ਕਪੁੱਤਰ ਨਾ ਹੋਵੇ ਜੋ ਮਾਤਾ ਪਿਤਾ ਦੀ ਇੱਜ਼ਤ ਨੂੰ ਰੋਲ ਦੇਵੇ। ਤੇ ਉਹਨਾਂ ਕਿਹਾ ਕਪੁੱਤੋਂ ਧੀ ਚੰਗੇਰੜੀ, ਪਰ ਕਰ ਜਾਏ ਵਸਾਏ ਨਾ ਆਈ। ਕਹਿੰਦੇ ਪਰਾਏ ਘਰ ਜਾ ਕੇ ਵਸਾ ਕੇ ਮੁੜ ਕੇ ਨਹੀਂ ਆਉਂਦੀ। ਜਿੱਦਾਂ ਦਾ ਵੀ ਹੈ ਆਪਣੇ ਸਹੁਰੇ ਘਰ ਦੇ ਵਿੱਚ ਆਪਣਾ ਮਾਣ ਮੱਤਾ ਇਤਿਹਾਸ ਕਾਇਮ ਕਰਕੇ ਆਪਣਾ ਜੀਵਨ ਗੁਜ਼ਾਰਦੀ ਹੈ। ਕਹਿੰਦੇ ਐਸੀ ਧੀ ਚੰਗੀ ਹੈ। ਤਾਂ ਸਤਿਗੁਰੂ ਜੀ ਬਖਸ਼ਿਸ਼ ਕਰਨ ਇਹ ਸਾਡੀਆਂ ਧੀਆਂ, ਜਿਸ ਤਰ੍ਹਾਂ ਮੇਰੇ ਸਤਿਗੁਰੂ ਜੀ ਦੀ ਬਖਸ਼ਿਸ਼ ਹੈ। ਧੰਨ ਬਾਬਾ ਠਾਕੁਰ ਸਿੰਘ ਜੀ ਮਹਾਰਾਜ, ਬਾਬਾ ਦੀਪ ਸਿੰਘ ਦੀ ਟਕਸਾਲ ਕਲਗੀਆਂ ਵਾਲੀ ਦੇ ਵਿੱਚ ਇਹ ਬੱਚੇ ਸੋ ਬੱਚੀਆਂ ਸੋ ਮਹਾਰਾਜ ਦੀ ਬਖਸ਼ਿਸ਼ ਹੈ। ਬਾਣੀ ਪੜ੍ਹਨ ਵਾਲੀਆਂ ਨੇ, ਰਹਿਤ ਰੱਖਣ ਵਾਲੀਆਂ, ਸੋ ਕੀਰਤਨ ਆਪਣੇ ਸਾਰਿਆਂ ਦੇ ਸਾਹਮਣੇ ਸ਼ਬਦ ਕੀਰਤਨ ਕੀਤਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ। ਇਹੋ ਹੀ ਅਸੀਸ ਸਮੁੱਚੀ ਸੰਗਤ ਵੱਲੋਂ, ਗੁਰੂ ਦੀ ਸੰਗਤ ਵੱਲੋਂ, ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਸੋ ਬਖਸ਼ਿਸ਼ ਹੋਵੇ ਕਿ ਇਹਨਾਂ ਬੱਚੀਆਂ ਦੇ ਸਿਰ ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਕਲਗੀਆਂ ਵਾਲੇ ਮਿਹਰ ਭਰਿਆ ਸਿਰ ਤੇ ਹੱਥ ਰੱਖਣ। ਇਹ ਆਪਣੇ ਜੀਵਨ ਵਿੱਚ ਸਫਲ ਹੋਵਣ, ਗੁਰਸਿੱਖੀ ਕਮਾ ਕਰਕੇ ਗੁਰੂ ਦੀਆਂ ਬਰਕਤਾਂ ਤੇ ਬਖਸ਼ਿਸ਼ਾਂ ਦੀਆਂ ਪਾਤਰ ਬਣ। ਇਹੋ ਹੀ ਅਸੀਸ ਹੈ ਸਾਧ ਸੰਗਤ। ਮੇਰੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ਾਂ ਕਰਨ। ਆਓ ਮੇਰੇ ਗੁਰੂ ਨਾਨਕ ਦੀਆਂ ਅਸੀਸਾਂ ਪ੍ਰਾਪਤ ਕਰਨ ਵਾਸਤੇ ਦੁਨੀਆ ਦੇ ਰਾਜੇ ਮਹਾਰਾਜੇ ਜਿਸ ਤਰ੍ਹਾਂ ਤਰਲੇ ਕੱਢਦੇ ਨੇ, ਉਹ ਇਤਿਹਾਸ ਅਸੀਂ ਸਰਵਣ ਕਰ ਰਹੇ ਹਾਂ। ਮੇਰੇ ਸਤਿਗੁਰੂ ਜੀ ਦਾ ਸਿੱਖ ਭਾਈ ਮਨਸੁਖ ਹੈ, ਇੱਕ ਬਾਣੀਆਂ ਪੁੱਤਰ ਸ਼ਾਹੂਕਾਰ ਹੈ। ਗੁਰਸਿੱਖੀ ਨੂੰ ਪ੍ਰਾਪਤ ਕਰਕੇ ਵਣਜ ਦਾ ਸੌਦਾ ਲੈ ਕਰਕੇ ਤੇ ਇਸ ਪ੍ਰਕਾਰ ਸੋ ਜਿਹੜਾ ਹੈ ਸ਼ਿਵਨਾਵ ਰਾਜੇ ਦੇ ਪਾਸ ਜਿਹੜਾ ਹੈ ਇਸ ਪ੍ਰਕਾਰ ਪਹੁੰਚਾ ਹੈ। ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋ ਇਹ ਇੱਕ ਬਹੁਤ ਵੱਡਾ ਇਤਿਹਾਸ ਦਾ ਪ੍ਰਮਾਣ ਹੈ ਕਿ ਇੱਕ ਗੁਰੂ ਦਾ ਸਿੱਖ ਜਾਂਦਾ ਹੈ ਵਪਾਰ ਕਰਨ, ਉਹ ਆਪਣੀ ਸਿੱਖੀ ਦੇ ਨਿਯਮ ਵਿੱਚ ਪੂਰਾ ਹੈ, ਪਰ ਉੱਥੇ ਦਾ ਰਾਜਾ ਜਿਹੜਾ ਹੈ ਉਹ ਲੋਕਾਂ ਦੀ ਸ਼ਿਕਾਇਤ ਸੁਣ ਕੇ, ਭਈ ਰਾਜਾ ਸਾਹਿਬ ਤੁਸੀਂ ਜੋ ਹੁਕਮ ਕੀਤਾ ਹੋਇਆ ਇਕਾਦਸ਼ੀ ਦਾ ਵਰਤ ਰੱਖਣਾ, ਠਾਕੁਰਾਂ ਦੀ ਪੂਜਾ ਕਰਨੀ, ਇੱਕ ਪਰਦੇਸੀ ਬੰਦਾ ਆਇਆ ਵਪਾਰੀ, ਉਹ ਤੁਹਾਡਾ ਹੁਕਮ ਨਹੀਂ ਮੰਨਦਾ, ਉਹ ਆਪਣਾ ਨਵਾਂ ਹੀ ਧਰਮ ਹੈ ਉਸ ਦਾ। ਤੇ ਰਾਜੇ ਨੇ ਤੋ ਆਪਣੇ ਹੁਕਮ ਨੂੰ ਭੇਜ ਕਰਕੇ ਇਸ ਨੀਅਤ ਨਾਲ ਭਈ ਕੌਣ ਹੈ ਜਿਹੜਾ ਮੇਰਾ ਹੁਕਮ ਨਹੀਂ ਮੰਨਦਾ, ਭਾਵ ਸੀ ਕਿ ਉਸ ਨੂੰ ਪੇਸ਼ ਕੀਤਾ ਇੱਕ ਮੁਜਰਮ ਦੀ ਨਿਗਾਹ ਦੇ ਨਾਲ। ਪਰ ਜਦੋਂ ਗੁਰਸਿੱਖ ਨੇ ਜਾ ਕੇ ਅਦਬ ਸਹਿਤ 5 ਪੈਸੇ ਨਾਰੀਅਲ ਆਦਿ ਕਮਾਇਆ ਰੱਖ ਕਰਕੇ ਨਮਸਕਾਰ ਕੀਤੀ ਔਰ ਕੋਲ ਸਤਕਾਰ ਵਿੱਚ ਬੈਠ ਕੇ ਧੰਨ ਗੁਰੂ ਨਾਨਕ ਦਾ ਨਾਮ ਲਿਆ, ਰਾਜੇ ਸ਼ਿਵਨਾਭ ਨੇ ਜਿਸ ਵੇਲੇ ਇਸ ਮਨਸੁਖ ਸ਼ਾਹੂਕਾਰ ਨੂੰ ਕੁਝ ਸਵਾਲ ਕੀਤੇ ਤਾਂ ਗੁਰਸਿੱਖ ਨੇ ਬੜੇ ਸੁੰਦਰ ਢੰਗ ਨਾਲ ਜਦੋਂ ਜਵਾਬ ਦਿੱਤੇ, ਰਾਜੇ ਦਾ ਮਨ ਪ੍ਰਭਾਵਿਤ ਹੋਇਆ ਅਤੇ ਰਾਜਾ ਵੀ ਜਿਹੜਾ ਹੈ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਤਰਸ ਗਿਆ ਹੈ। ਤੇ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ, ਗੁਰਸਿੱਖੋਂ ਗੁਰਸਿੱਖ ਹੈ ਪੀਰ ਪੀਰੋਂ ਕੋਈ, ਗੁਰਸਿੱਖ ਗਿਆਨ ਹੈ। ਗੁਰਸਿੱਖ ਨੇ ਆਪਣੇ ਜੀਵਨ ਦੀ ਛੋਹ ਦੇ ਕਰਕੇ ਜਿਹੜਾ ਇਹ ਰਾਜਾ ਸੀ ਸ਼ਿਵਨਾਭ, ਉਸ ਨੂੰ ਸਿੱਖੀ ਦੀ ਲਗਨ ਲਾ ਦਿੱਤੀ ਹੈ ਅਤੇ ਉਹ ਹਰ ਵੇਲੇ ਇਸ ਤਰੀਕੇ ਨਾਲ ਇਸ ਯਤਨ ਵਿੱਚ ਹੈ
ਕਿ ਕਦੋਂ ਮੈਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰਸ਼ਨ ਹੋਵੇ। ਤੇ ਇੱਥੋਂ ਤੱਕ ਉਹ ਮਜਬੂਰ ਹੋ ਗਿਆ, ਕਹਿਣ ਲੱਗਾ ਕਿ ਜਿੰਨਾ ਤੂੰ ਵਪਾਰ ਦਾ ਸੌਦਾ ਲਿਆਂਦਾ ਤੂੰ ਮੈਨੂੰ ਦੇ ਦੇ, ਆਪਣਾ ਲਾਭ ਲੈ ਤੇ ਮੈਨੂੰ ਨਾਲ ਲੈ ਕੇ ਚੱਲ, ਗੁਰੂ ਨਾਨਕ ਦਾ ਦਰਸ਼ਨ ਕਰਵਾ। ਤਾਂ ਗੁਰਸਿੱਖ ਨੇ ਬੇਨਤੀ ਕੀਤੀ, ਰਾਜਾ ਸਾਹਿਬ ਇਉਂ ਮੇਰੇ ਗੁਰੂ ਨਾਨਕ ਦਾ ਦਰਸ਼ਨ ਹੋਣਾ ਮੁਸ਼ਕਲ ਹੈ, ਤੂੰ ਇੰਜ ਕਰ, ਇੱਥੇ ਹੀ ਬੈਠ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰਿਆ ਕਰ, ਨਿਤਨੇਮ ਕਰਿਆ ਕਰ, ਅਰਦਾਸ ਕਰਿਆ ਕਰ। ਮੇਰਾ ਗੁਰੂ ਅੰਤਰਜਾਮੀ ਹੈ ਅਤੇ ਤੇਰੇ ਮਨ ਦੀ ਪ੍ਰੀਤ ਨੂੰ ਦੇਖ ਕੇ ਗੁਰੂ ਨਾਨਕ ਸਾਹਿਬ ਤੈਨੂੰ ਛੇਤੀ ਦਰਸ਼ਨ ਦੇਣਗੇ। ਇਉਂ ਮੇਰੇ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ। ਤਾਂ ਇਹ ਗੁਰਸਿੱਖ ਇਸ ਤਰੀਕੇ ਦੇ ਨਾਲ ਭਾਈ ਮਨਸੁਖ ਜਿਹੜਾ ਪ੍ਰੇਰਨਾ ਕਰਕੇ ਉੱਥੋਂ ਆਪਣਾ ਸੋ ਵਪਾਰ ਕਰਕੇ ਸੋ ਵਾਪਸ ਆ ਰਿਹਾ ਹੈ। ਤੇ ਰਾਜਾ ਜਿਹੜਾ ਹੈ ਮਿਹਬਲ ਹੋਇਆ ਕਿ ਤੂੰ ਆਉਂਦਾ ਸੀ, ਨਿਤ ਮੈਨੂੰ ਗੁਰੂ ਸਾਹਿਬ ਦਾ ਜਸ ਸੁਣਾਉਂਦਾ ਸੀ, ਹੁਣ ਤੇਰੇ ਤੋਂ ਤੂੰ ਚਲਾ ਜਾਵੇਂਗਾ ਅਤੇ ਮੈਨੂੰ ਇਸ ਗੱਲ ਦਾ ਜਿਹੜਾ ਬੜਾ ਘਾਟਾ ਪਵੇਗਾ ਕਿ ਮੈਂ ਮਨ ਕਿਵੇਂ ਪਰਚਾਵਾਂਗਾ। ਤਾਂ ਗੁਰਸਿੱਖ ਨੇ ਕਿਹਾ ਤੂੰ ਗੁਰੂ ਨਾਨਕ ਦੇ ਆ ਨਿਤਨੇਮ ਦੀਆਂ ਬਾਣੀਆਂ ਪੜ੍ਹਿਆ ਕਰ, ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕਰਿਆ ਕਰ। ਇਉਂ ਰਾਜਾ ਸ਼ਿਵਨਾਭ ਜਿਹੜਾ ਹੈ ਸੰਗਲਾ ਦੀਪ ਦੇ ਵਿੱਚ ਸਾਹਿਬ ਗੁਰੂ ਨਾਨਕ ਸਾਹਿਬ ਦੀ ਜਿਸ ਤਰ੍ਹਾਂ ਯਾਦ ਵਿੱਚ ਜੁੜਦਾ ਹੈ, ਜਿੱਦਾਂ ਗੁਰੂ ਨਾਨਕ ਸਾਹਿਬ ਜੀ ਜਾ ਕੇ ਦਰਸ਼ਨ ਬਖਸ਼ਦੇ ਨੇ। ਆਓ ਪਿਆਰ ਪੂਰਵਕ ਸਾਡੇ ਵਾਸਤੇ ਵੀ ਪ੍ਰੇਰਨਾ ਹੈ ਕਿ ਰਾਜੇ ਨੇ ਦਰਸ਼ਨ ਪਹਿਲਾਂ ਨਹੀਂ ਸੀ ਕੀਤਾ, ਪਰ ਗੁਰੂ ਪਾਤਸ਼ਾਹ ਦਾ ਜਸ ਸੁਣ ਕੇ ਪ੍ਰਭਾਵਿਤ ਹੋਇਆ, ਦਰਸ਼ਨਾਂ ਦੀ ਤਾਂਘ ਬਣੀ ਤੇ ਗੁਰੂ ਨਾਨਕ ਨੇ ਦਰਸ਼ਨ ਦੇ ਦਿੱਤਾ। ਆਓ ਸਾਡੀ ਵੀ ਐਸੀ ਤਾਂਘ ਬਣੇ ਜਿਸ ਤੋਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਸਾਡੇ ਤੇ ਵੀ ਰਹਿਮਤਾਂ ਕਰਨ। ਪਿਆਰ ਪੂਰਵਕ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਮਨ ਜੋੜਦੇ ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ, ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਉਤ ਭੂਪਤ ਕੇ ਮਨ ਲਿਵ ਲਾਗੀ। ਤਾਂ ਇਸ ਤਰੀਕੇ ਦੇ ਨਾਲ ਜਿਸ ਵੇਲੇ ਇਹ ਜਿਹੜਾ ਮਨਸੁਖ ਸ਼ਾਹੂਕਾਰ ਸੀ ਇਹ ਤਾਂ ਵਾਪਸ ਆ ਗਿਆ ਹੈ, ਰਾਜਾ ਗੁਰੂ ਨਾਨਕ ਸਾਹਿਬ ਦੇ ਪਿਆਰ ਦੇ ਵਿੱਚ ਇਸ ਤਰੀਕੇ ਦੇ ਨਾਲ ਜੁੜ ਗਿਆ ਹੈ ਔਰ ਕਹਿ ਰਿਹਾ ਹੈ ਕਿ ਬਹੁਤ ਵੱਡਾ ਤੇਰਾ ਪਰਉਪਕਾਰ ਹੋਵੇਗਾ, ਜੋ ਮੈਨੂੰ ਪ੍ਰੇਰਨਾ ਕੀਤੀ ਗੁਰੂ ਨਾਨਕ ਦਾ ਦਰਸ਼ਨ ਹੋ ਜਾਏਗਾ, ਮੈਨੂੰ ਬਹੁਤ ਵੱਡਾ ਤੇਰਾ ਪਰਉਪਕਾਰ ਜਿਹੜਾ ਮੈਂ ਯਾਦ ਕਰਾਂਗਾ। ਇਸ ਤਰੀਕੇ ਦੇ ਨਾਲ ਸੋ ਰਾਜੇ ਦੇ ਮਨ ਵਿੱਚ ਜਿਹੜੀ ਹੈ ਸੋ ਬਹੁਤ ਭਾਰੀ ਇਸ ਪ੍ਰਕਾਰ ਦ੍ਰਿੜ ਨਿਸ਼ਚਾ ਉਸ ਦੇ ਮਨ ਵਿੱਚ ਹੋ ਗਿਆ ਤੇ ਮੈਨੂੰ ਮਹਾਰਾਜ ਦਰਸ਼ਨ ਦੇਣਗੇ। ਇਹ ਨਿਤਨੇਮ ਵਿੱਚ ਜੁੜਿਆ ਤੇ ਰਾਜੇ ਦੇ ਮਨ ਵਿੱਚ ਸੋ ਲਿਵ ਲੱਗ ਗਈ ਗੁਰੂ ਸਾਹਿਬ ਦੇ ਚਰਨਾਂ ਦੀ। ਸਿਮਰਹਿ ਨਿਸ ਬਾਸੁਰ ਵੱਡ ਭਾਗੀ। ਹੁਣ ਵੱਡਿਆਂ ਭਾਗਾਂ ਵਾਲਾ ਦਿਨ ਰਾਤ ਹੀ ਗੁਰੂ ਨਾਨਕ ਦੀ ਯਾਦ ਵਿੱਚ ਜੁੜ ਗਿਆ ਹੈ। ਉਠਤ ਬੈਠਤ ਗਵਨਤ ਨਾਮੂ। ਹੁਣ ਜੇ ਉੱਠਦਾ ਤਾਂ, ਬਹਿੰਦਾ ਤਾਂ, ਜੇ ਚੱਲਦਾ ਫਿਰਦਾ ਤੇ ਗੁਰੂ ਨਾਨਕ ਦਾ ਹੀ ਨਾਮ ਜਪਦਾ ਹੈ। ਉਠਤ ਬੈਠ ਸੋਵਤ ਨਾਮ ਜਿਹਨੂੰ ਕਿਹਾ ਹੈ। ਕਹੈ ਸ੍ਰੀ ਨਾਨਕ ਨਿਤ ਸੁਖ ਧਾਮੂ। ਤੋ ਨਿਤ ਕਹਿੰਦਾ ਕਿ ਸੁੱਖਾਂ ਦੇ ਘਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਰਪਾ ਕਰੋ। ਮੋਰ ਸਮਾਨ ਭਇਓ ਮਨ ਮੋਰਾ। ਬੇਨਤੀਆਂ ਕਰਦਾ ਮਹਾਰਾਜ, ਹੁਣ ਮੇਰਾ ਮਨ ਨਾ ਮੋਰ ਦੀ ਨਿਆਈ ਸੋ ਬਣ ਗਿਆ ਹੈ। ਕਬਹਿ ਮਿਲਹਿ ਹੋਵੈ ਕੈ ਘਨ ਘੋਰਾ। ਕਦੋਂ ਮੇਰਾ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਨ ਝੁੱਕ ਕਰਕੇ ਕਾਲੀਆਂ ਘਟਾਂ ਦੀ ਨਿਆਈ ਆਉਣ, ਜਿਹੜੇ ਕਾਲੀਆਂ ਘਟਾਂ ਤੋਂ ਸੋ ਇਸ ਪ੍ਰਕਾਰ ਮੋਰ ਖੁਸ਼ ਹੋ ਕੇ ਪਹਿਲਾਂ ਪਾਉਂਦਾ ਪ੍ਰਸੰਨ ਹੁੰਦਾ ਹੈ। ਇਹੋ ਮਨ ਦੀ ਤਾਂ ਕਦੋਂ ਗੁਰੂ ਨਾਨਕ ਸਾਹਿਬ ਜੀ ਆਣ ਕੇ ਦਰਸ਼ਨ ਦੇਣ ਮੇਰਾ ਮਨ ਮੋਰ ਦੀ ਨਿਆਈ ਪ੍ਰਸੰਨ ਹੋ ਜਾਵੇ। ਚਿਤ ਚਾਤਰਕ ਕੋ ਪਿਆਸ ਪੁਕਾਰਤ। ਤੋ ਇਉਂ ਪੁਕਾਰਾਂ ਕਰਦਾ ਮਹਾਰਾਜ ਜਿਵੇਂ ਬਬੀਹਾ ਜਿਹੜਾ ਹੈ ਸ਼ਾਂਤੀ ਬੂੰਦ ਵਾਸਤੇ ਪੁਕਾਰਦਾ ਹੈ, ਇਉਂ ਮਨ ਜਿਹੜਾ ਗੁਰੂ ਸਾਹਿਬ ਦਰਸ਼ਨਾਂ ਦੀ ਬੂੰਦ ਲਈ ਪੁਕਾਰਦਾ ਹੈ। ਚਾਹਤ ਸਵਾਂਤ ਦਰਸ ਹਰ ਆਰਤ। ਚਾਹੁੰਦਾ ਹੈ ਕਿ ਮੇਰੇ ਸਤਿਗੁਰੂ ਪਾਤਸ਼ਾਹ ਜੀ ਜਿਹੜੇ ਇਸ ਪ੍ਰਕਾਰ ਸੋ ਦੁੱਖਾਂ ਨੂੰ ਦੂਰ ਕਰਨ ਵਾਲੇ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਮੈਨੂੰ ਹੋ ਜਾਵੇ। ਲੋਚਨ ਭਏ ਚਕੋਰ ਵਿਚਾਰੇ। ਇਸ ਵਿਚਾਰੇ ਦੇ ਜਿਹੜੇ ਨੇਤਰ ਨੇ ਉਹ ਚਕੋਰ ਦੀ ਨਿਆਈ ਬਣ ਗਏ। ਚੰਦਰਮਾ ਰੂਪ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਦੋਂ ਕਰਾਂ। ਚੰਦ ਬਦਨ ਕਬ ਆਨ ਦਿਖਾਰੇ। ਕਦੋਂ ਗੁਰੂ ਨਾਨਕ ਸਾਹਿਬ ਚੰਦਰਮਾ ਸ਼ਰੀਖਾ ਮੁਖ ਮੈਨੂੰ ਆਣ ਕਰਕੇ ਬਖਸ਼ਿਸ਼ ਕਰਕੇ ਦਰਸਾਉਣ ਜੀ। ਬਿਰਦ ਸੁਨਿਓ ਮੈਂ ਦੀਨ ਦਇਆਲਾ। ਤੇ ਬੇਨਤੀਆਂ ਕਰਦਾ ਮਹਾਰਾਜ ਮੈਂ ਸੁਣਿਆ ਹੈ ਸੋ ਇਸ ਪਰ ਤੁਹਾਡੇ ਸਿੱਖ ਕੋਲੋਂ ਕਿ ਸਾਹਿਬ ਗੁਰੂ ਨਾਨਕ ਸਾਹਿਬ ਜੀ ਤੁਹਾਡਾ ਬਿਰਦ ਕਹੀਦਾ ਫਰਜ਼ ਪਰਨ ਨਿਜਮ। ਮਹਾਰਾਜ ਤੁਹਾਡਾ ਬਿਰਦ ਇਹ ਹੈ ਤੇ ਤੁਸੀਂ ਗਰੀਬਾਂ ਨੂੰ ਨਵਾਜਦੇ ਹੋ ਜੀ। ਜਾਂ ਤੇ ਆਸਾ ਕਰੋ ਵਿਸਾਲਾ। ਇਸ ਵਾਸਤੇ ਬਹੁਤੀ ਮਨ ਚ ਆਸ ਵੱਡੀ ਮੈਂ ਲਾਈ ਬੈਠਾ ਹਾਂ ਦਰਸ਼ਨਾਂ ਦੀ। ਆਸ ਪ੍ਰਕਾਰ ਭੂਪਤ ਅਭਿਲਾਖਾ। ਇਸ ਤਰ੍ਹਾਂ ਇਹ ਰਾਜਾ ਸ਼ਿਵਨਾਭ ਦੇ ਮਨ ਦੀ ਇੱਛਾ ਬਣੀ ਹੈ ਦਰਸ਼ਨਾਂ ਦੀ। ਦਿਨ ਪ੍ਰਤ ਬਦਤ ਬਿਟਪ ਜਿਉ ਸਾਖਾ। ਜਿਵੇਂ ਦਰਖਤ ਦੀਆਂ ਟਾਹਣੀਆਂ ਵੱਧਦੀਆਂ ਲੱਗਣਾ ਇਉਂ ਇਸ ਦੇ ਮਨ ਦੀ ਨਿਤ ਪ੍ਰਤੀ ਜਿਹੜੀ ਹੈ ਪ੍ਰੀਤ ਵੱਧਦੀ ਦਰਸ਼ਨਾਂ ਲਈ। ਰੈਨ ਵਿਖੇ ਨਿੰਦਰਾ ਜਨ ਤਿਆਗੀ। ਹੁਣ ਐਸੀ ਸੋ ਪ੍ਰੀਤ ਐਸੀ ਪ੍ਰੀਤ ਗੋਬਿੰਦ ਸਿਉ ਲੱਗੀ ਗੁਰੂ ਸਾਹਿਬ ਦੇ ਚਰਨਾਂ ਨਾਲ ਪ੍ਰੀਤ ਲੱਗੀ ਹੈ। ਹੁਣ ਨੀਂਦ ਨਹੀਂ ਆਉਂਦੀ ਚਿੰਤਾ ਦੇ ਵਿੱਚ ਮੈਨੂੰ ਕਦੋਂ ਗੁਰੂ ਸਾਹਿਬ ਦਾ ਦਰਸ਼ਨ ਹੋਵੇ। ਦਿਨ ਮੈਂ ਭੂਖ ਪਿਆਸਾ ਭਾਗੀ। ਹੁਣ
ਇਹ ਸੱਚੇ ਆਸਕਾਂ ਦੀਆਂ ਨਿਸ਼ਾਨੀਆਂ ਨੇ। ਜਿਵੇਂ ਕਿਹਾ ਹੈ, ਆਸਕਾਰਾ ਨਵ ਨਿਸ਼ਾਨੀ ਐ ਪਿਸਰ ਤੋ ਇਹ ਤੋ ਆਹਾਂ ਸਰਦੋ ਰੰਗ ਜਰਦੋ ਚਸ਼ਮ ਧਰ, ਐਸੀ ਅਵਸਥਾ ਬਣ ਗਈ ਇਸ ਦੀ। ਪ੍ਰੇਮ ਆਧਾਰ ਜੀਵਨਾ ਜਿਹ ਕੋ, ਜਿਹਦਾ ਹੁਣ ਜੀਵਨ ਹੀ ਗੁਰੂ ਨਾਨਕ ਦੇ ਪ੍ਰੇਮ ਦਾ ਆਸਰਾ ਹੈ, ਪ੍ਰੇਮ ਦੇ ਆਸਰੇ ਹੀ ਜਿਉਂਦਾ ਹੈ। ਲੋਚਨ ਚਲਤ ਰਹਿਤ ਜਲ ਤਿਹ ਕੋ, ਤੇ ਗੁਰੂ ਸਾਹਿਬ ਦੇ ਪਿਆਰ ਵਿੱਚ ਮਹਾਰਾਜ ਮੈਨੂੰ ਦਰਸ਼ਨ ਕਿਉਂ ਨਹੀਂ ਹੁੰਦੇ? ਇਉਂ ਤੋ ਮਨ ਚ ਵੈਰਾਗ ਆਉਂਦਾ, ਨੇਤਰਾਂ ਚੋਂ ਜਲ ਚੱਲਦਾ ਹੈ। ਕਿਤਕ ਦਿਵਸ ਅਸ ਭਾਂਤ ਬਿਤਾਏ, ਕਿੰਨੇ ਕ ਦਿਨ ਇਸ ਤਰੀਕੇ ਦੇ ਨਾਲ ਸੋ ਇਸ ਰਾਜੇ ਨੇ ਗੁਜ਼ਾਰੇ ਹਨ, ਜਿਹ ਕੇ ਜਾਗੇ ਭਾਗ ਸੁਹਾਏ। ਜਿਹੜੇ ਬਹੁਤ ਹੀ ਸੋਭਨੀਕ ਚੰਗੇ ਭਾਗ ਜਾਗੇ ਹਨ। ਦੋਹਰਾ ਸ੍ਰੀ ਗੁਰ ਪਗ ਸੁਰ ਤਰ। ਧੰਨ ਸੋ ਕਵੀ ਜੀ ਅਗਲਾ ਪ੍ਰਸੰਗ ਸ਼ੁਰੂ ਕਰਦੇ ਨੇ ਤੋ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੀ ਮਹਿਮਾ ਕਰਦੇ ਨੇ। ਗੁਰੂ ਨਾਨਕ ਸਾਹਿਬ ਦੇ ਚਰਨ ਜਿਹੜੇ ਨੇ ਕਲਪ ਬ੍ਰਿਸ਼ ਦੀ ਨਿਆਈ ਹਨ, ਸਰਸ ਸਰਬਦਾ ਮੰਗਲ ਖਾਨ। ਜੋ ਸਾਰੇ ਹੀ ਖੁਸ਼ੀਆਂ ਦਾ ਖਜ਼ਾਨਾ ਹਨ ਗੁਰੂ ਸਾਹਿਬ ਦੇ ਚਰਨ। ਦਾਰਦ ਬਿਗਨ ਨ ਵਿਆਪਈ, ਐਸ ਲੋਕ ਵਿੱਚ ਗੁਰੂ ਸਾਹਿਬ ਦੇ ਚਰਨ ਜਿਹੜੇ ਨੇ ਨਾ ਕੋਈ ਵਿਘਨ ਤੇ ਨਾ ਕੋਈ ਗਰੀਬੀ ਜਿਹੜੀ ਆ ਦਲਿੱਦਰ ਨਹੀਂ ਰਹਿਣ ਦਿੰਦੇ। ਬਸ ਹੈ ਹਿਰਦੇ ਗਤ ਦਾਨ, ਜਿਸ ਹਿਰਦੇ ਵਿੱਚ ਗੁਰੂ ਦੇ ਚਰਨ ਵਸ ਜਾਣ, ਪਰਲੋਕ ਦੇ ਵਿੱਚ ਮੁਕਤੀ ਦੇ ਦੇਣ ਵਾਲੇ ਹਨ। ਸ੍ਰੀ ਬਾਲਾ ਸੰਦਰ ਵਾਚ। ਬਾਲਾ ਜੀ ਸੰਧੂ ਗੋਤ ਵਾਲੇ ਆਵਾਜ਼ ਕਥਨ ਕਰਦੇ ਹਨ ਗੁਰੂ ਨਾਨਕ ਦਾ ਇਤਿਹਾਸ। ਚਉਪਈ ਜਬਹਿ ਬਹੁਤ ਭੂਪਤ ਅਨਰਾਗਾ, ਜਦੋਂ ਇਸ ਰਾਜੇ ਦੇ ਮਨ ਵਿੱਚ ਬਹੁਤਾ ਹੀ ਪ੍ਰੇਮ ਲੱਗ ਗਿਆ ਗੁਰੂ ਸਾਹਿਬ ਦੇ ਚਰਨਾਂ ਦਾ। ਰੰਗਿਓ ਪ੍ਰੇਮ ਰੰਗ ਵੱਡ ਭਾਗਾ, ਗੁਰੂ ਨਾਨਕ ਸਾਹਿਬ ਦੇ ਪ੍ਰੇਮ ਰੰਗ ਦੇ ਵਿੱਚ ਵੱਡੇ ਭਾਗਾਂ ਵਾਲਾ ਰੰਗਿਆ ਗਿਆ, ਇਹਨੂੰ ਪ੍ਰੇਮ ਦਾ ਰੰਗ ਚੜਿਆ ਹੈ। ਸੁਨਿਓ ਸਰੋਨ ਜੋ ਹੁਤੇ ਫਕੀਰਾ, ਤਾਂ ਜਿਹੜੇ ਫਕੀਰ ਲੋਕ ਸਨ ਉਹਨਾਂ ਨੇ ਜਦੋਂ ਇਹ ਗੱਲ ਸੁਣੀ ਹੈ ਤਾਂ ਕੇਤਕ ਢਿਗ ਪਹੁੰਚੇ ਨਿਰਪ ਧੀਰਾ। ਤੋ ਕਿੰਨੇ ਕ ਇਹ ਧੀਰਜ ਧਾਰੀ ਰਾਜੇ ਦੇ ਕੋਲ ਸੋ ਮਨ ਚ ਸੋਚਿਆ ਗੁਰੂ ਨਾਨਕ ਦਾ ਦਰਸ਼ਨ ਤਾਂ ਕੀਤਾ ਨਹੀਂ, ਚਾਹੁੰਦਾ ਦਰਸ਼ਨ ਕਰਨਾ। ਇਉਂ ਇਹ ਜਿਹੜੇ ਲੋਕ ਪਖੰਡੀ ਸਨ ਉਹਨਾਂ ਨੇ ਇਉਂ ਵਿਚਾਰ ਬਣਾ ਲਏ, ਨਾਮ ਆਪਣੋ ਨਾਨਕ ਧਰ ਕੈ। ਤੂੰ ਜਿਹੜਾ ਸੀ ਕੋਈ ਵੀ ਫਕੀਰ ਉਹਨੇ ਆਖਿਆ ਮੈਂ ਹੀ ਨਾਨਕ ਆ, ਕਹਿੰਦੇ ਉਹਨੂੰ ਕਿਹੜਾ ਦੇਖਿਆ, ਉਹਨੂੰ ਕਿਹੜਾ ਪਤਾ ਹੈ। ਇਉਂ ਨਾਨਕ ਨਾਮ ਰੱਖਾ ਕਰਕੇ ਪੁਰ ਕੇ ਨਰਨ ਸੁਨਾਏ ਉਚਰ ਕੈ, ਤੇ ਲੋਕਾਂ ਨੂੰ ਇਸ ਪੁਰੀ ਦੇ ਲੋਕਾਂ ਨੂੰ ਆਣ ਕੇ ਕਹਿੰਦੇ ਵੀ ਮੈਂ ਹੀ ਨਾਨਕ ਹਾਂ। ਜਬ ਨਿਜ ਸਰੋਨ ਸੁਨਹਿ ਅਵਨੀਪਾ, ਜਦੋਂ ਰਾਜਾ ਇਹ ਸੁਣਦਾ ਵੀ ਗੁਰੂ ਨਾਨਕ ਜੀ ਆ ਗਏ ਹਨ, ਚੱਲ ਕਰ ਆਵਹਿ ਤਿਨਹਿ ਸਮੀਪਾ। ਜਦੋਂ ਆਣ ਕਰਕੇ ਚੱਲ ਕਰਕੇ ਉਹਨਾਂ ਦਾ ਦਰਸ਼ਨ ਕਰਦਾ ਹੈ ਤਾਂ ਵੈਸੇ ਸੰਸੇ ਕੋ ਜਬ ਪੁੱਛੇ, ਤੇ ਜਦੋਂ ਹੁਣ ਜਿਹੜੇ ਸੱਚੇ ਪਿਆਰ ਵਿੱਚ ਜੁੜ ਜਾਂਦੇ ਨੇ, ਜਿਸ ਵੇਲੇ ਉਹਨਾਂ ਦੇ ਮਨ ਵਿੱਚ ਪ੍ਰੇਮ ਦੀ ਖਿੱਚ ਬਣਦੀ ਹੈ, ਵਿਰਾਗ ਦੀ ਧਾਰਾ ਚੱਲਦੀ ਹੈ, ਗਿਆਨ ਦੇ ਨੇੜੇ ਹੁੰਦੇ ਹਨ, ਤਾਂ ਉਸ ਗਿਆਨ ਦੀ ਪ੍ਰਾਪਤੀ ਵਿੱਚ ਜਿਹੜੇ ਵਿਘਨ ਸ਼ੰਕੇ ਨੇ ਉਹਨਾਂ ਦੀ ਨਿਵਰਤੀ ਚਾਹੁੰਦੇ ਨੇ। ਇਹ ਹੁਣ ਰਾਜਾ ਜਿਸ ਵੇਲੇ ਜਿਹੜਾ ਵੀ ਕਹਿੰਦਾ ਮੈਂ ਗੁਰੂ ਨਾਨਕ ਹਾਂ, ਜਿਸ ਵੇਲੇ ਰਾਜਾ ਆਪਣਾ ਮਨ ਦਾ ਕੋਈ ਸੰਸਾ, ਜੋ ਮਨ ਦਾ ਕੋਈ ਸ਼ੰਕਾ ਫੁਰਨਾ ਹੈ, ਤਾਂ ਉਹਦੇ ਵਾਸਤੇ ਜਦੋਂ ਪੁੱਛਦਾ ਹੈ ਤਾਂ ਕਸ ਨਾ ਬਤਾਵਹਿ ਗਵਨਹਿ ਸ਼ੂਸੇ, ਉਹ ਕੁਛ ਵੀ ਨਹੀਂ ਦੱਸ ਸਕਦੇ। ਤੇ ਜਿਸ ਵੇਲੇ ਰਾਜੇ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਤੇ ਗੁਰੂ ਨਾਨਕ ਦੇ ਖੁਦ ਪਰਮੇਸ਼ਵਰ ਰੂਪ ਨੇ, ਤੇ ਇਹ ਤਾਂ ਕੁਛ ਵੀ ਮੇਰੇ ਪੱਲੇ ਪਾਉਂਦੇ ਨਹੀਂ, ਕੁਛ ਵੀ ਨਹੀਂ ਜਾਣਦੇ ਹਨ। ਇਹ ਗਿਆਨ ਤੋਂ ਹੀਣੇ ਛੂਛੇ ਖਾਲੀ ਵੇਖ ਲੈਂਦਾ ਹੈ। ਜਦੋਂ ਅਸ ਬਿਦ ਦੇਖ ਸੋਚ ਕਰ ਰਾਜਾ, ਰਾਜੇ ਨੇ ਦੇਖਿਆ ਭਈ ਰੋਜ਼ਾਨਾ ਹੀ ਕੋਈ ਨਾ ਕੋਈ ਗੁਰੂ ਨਾਨਕ ਬਣ ਕੇ ਆ ਜਾਂਦਾ, ਅੱਜ ਆਇਆ ਕੱਲ ਨੂੰ ਫੇਰ, ਤਾਂ ਇਉਂ ਸੋਚ ਕਰਕੇ ਉਸਨੇ ਔਰ ਕੀਓ ਪਰਖਨ ਕੋ ਕਾਜਾ, ਕਹਿੰਦਾ ਵੀ ਹੁਣ ਇੰਜ ਹੈ, ਪਤਾ ਲੱਗ ਗਿਆ ਇਹ ਨਕਲੀ ਨਾਨਕ ਬਣ ਕੇ ਪਖੰਡੀ ਲੋਕ ਆਉਂਦੇ ਨੇ। ਕਹਿੰਦਾ ਹੁਣ ਇਦਾਂ ਹੈ ਕਿ ਹੁਣ ਮੈਂ ਕਹਿੰਦੇ ਨੇ ਇਸ ਪਰ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾ ਹੀ ਮਾਰਦਾ। ਕਹਿੰਦਾ ਹੁਣ ਮੈਂ ਪਰਖ ਕਰੂੰਗਾ, ਮੇਰੀ ਪਰਖ ਵਿੱਚ ਜਿਹੜਾ ਪੂਰਾ ਹੋਊ ਉਹੀ ਗੁਰੂ ਨਾਨਕ ਹੋਊਗਾ। ਹੁਤੇ ਤਹਾਂ ਜੋ ਸੁੰਦਰ ਨਾਰੀ, ਇਸ ਨੇ ਇਸ ਤਰ੍ਹਾਂ ਕੀਤਾ। ਸੋ ਇਸ ਪ੍ਰਕਾਰ ਇਹ ਸੰਗਲਾ ਦੀਪ ਦੇ ਵਿੱਚ ਸੋ ਜਿਹੜਾ ਇਸ ਪ੍ਰਕਾਰ ਮਛੰਦਰਨਾਥ ਜੋਗੀ ਗੋਰਖ ਦਾ ਜੋ ਗੁਰੂ ਸੀ, ਇੱਥੇ ਦੀਆਂ ਬੀਬੀਆਂ ਜੋ ਇਹ ਪਦਮਣੀ ਜਾਤੀ ਦੀਆਂ ਦੱਸੀਆਂ ਜਾਂਦੀਆਂ ਨੇ, ਸੁੰਦਰ ਸਰੂਪ ਵਾਲੀ, ਇਸ ਪ੍ਰਕਾਰ ਉਹ ਵੀ ਲੁਭਾਇਮਾਨ ਹੋ ਕਰਕੇ ਆਪਣੀ ਕਰਾਮਾਤ ਸ਼ਕਤੀ ਦੇ ਨਾਲ ਆਪਣੀ ਰੂਹ ਸਰੀਰ ਛੱਡ ਕੇ ਜਿਹੜਾ ਸ਼ਿਵਨਾਮ ਦਾ ਪਿਤਾ ਰਾਜਾ ਅਮਰੂ ਸੀ ਉਹਦੀ ਦੇਹ ਵਿੱਚ ਜਾ ਕੇ ਪ੍ਰਵੇਸ਼ ਕਰ ਗਿਆ ਸੀ ਉਹ ਇਸ ਤਰੀਕੇ ਦੇ ਨਾਲ। ਤਾਂ ਇਸ ਤਰੀਕੇ ਨਾਲ ਇਹਨੇ ਕੀ ਕੀਤਾ ਕਿ ਨੌਜਵਾਨ ਮੁਟਿਆਰਾਂ ਬੀਬੀਆਂ ਜਿਹੜੀਆਂ ਸੀ ਉਹਨਾਂ ਨੂੰ ਤਿਆਰ ਕੀਤਾ ਕਿ ਤੁਸੀਂ ਪਰਖ ਕਰਿਆ ਕਰੋ। 300 ਐਸੀ ਗਿਰਾ ਉਚਾਰੀ, ਉਹਨਾਂ ਨੂੰ ਰਾਜੇ ਨੇ ਇਉਂ
ਬਚਨ ਕਹਿ ਕਰਕੇ ਤਿਆਰ ਕੀਤਾ ਹੈ। ਜੋ ਪੁਰ ਬਿਖੈ ਬਦੇਸੀ ਆਵਹਿ, ਜਿਹੜਾ ਵੀ ਕੋਈ ਪਰਦੇਸੀ ਸਾਧੂ ਗੁਰੂ ਨਾਨਕ ਨਾਮ ਰਖਾ ਕੇ ਆਵੇ ਇੱਥੇ, ਵੇਖ ਫਕੀਰ ਜੋ ਸੰਤ ਕਹਾਵਹਿ, ਕਹਾਉਂਦਾ ਕਿ ਮੈਂ ਸੰਤ ਹਾਂ, ਫਕੀਰੀ ਦਾ ਵੇਸ਼ ਧਾਰ ਕੇ ਜੋ ਆਉਂਦਾ ਹੈ। ਕਰਹੁ ਜਾਏ ਨਿਸ ਮਹਿ ਤਿਹ ਸੇਵਾ, ਤੁਸੀਂ ਰਾਤ ਨੂੰ ਜਾ ਕੇ ਉਸ ਦੀ ਸੇਵਾ ਕਰੋ। ਪੂਰ ਊਰ ਕੋ ਲਖ ਲਹਿ ਭੇਵਾ, ਉਹ ਊਣਾ ਹੈ ਕਿ ਪੂਰਾ ਹੈ, ਇਹ ਭੇਦ ਤੁਸੀਂ ਜਿਹੜਾ ਹੈ ਇਸ ਪ੍ਰਕਾਰ ਪਰਖ ਕਰਿਆ ਕਰੋ ਐਸੇ ਲੋਕਾਂ ਦੀ। ਜਬ ਤੁਮ ਪੂਰਨ ਦੇਖੋ ਕੋ, ਜਦੋਂ ਤੁਸੀਂ ਤੱਕੋਗੀਆਂ ਕਿ ਕੋਈ ਪੂਰਨ ਹੈ ਤਾਂ ਆਨ ਬਤਾਵ ਮੁਝ ਢਿਗ ਸੋ, ਤੇ ਫਿਰ ਆਣ ਕਰਕੇ ਮੈਨੂੰ ਦੱਸਿਆ ਕੋਈ ਪੂਰਾ ਵੀ ਆ ਗਿਆ ਹੈ। ਸੁਨ ਕਰ ਬਚਨ ਕਹੇ ਜੋ ਰਾਜਾ, ਰਾਜੇ ਨੇ ਜਦੋਂ ਜੋ ਬਚਨ ਕਹੇ ਹਨ, ਕਰਨ ਲੱਗੀ ਤੀਏ ਤੈਸੋ ਕਾਜਾ, ਇਹ ਫਿਰ ਬੀਬੀਆਂ ਜਿਹੜੀਆਂ ਸੀ ਇਸ ਕਾਰਜ ਵਿੱਚ, ਇਹ ਜਿਹੜੇ ਸਾਧੂ ਫਕੀਰ ਗੁਰੂ ਨਾਨਕ ਦਾ ਨਾਮ ਰਖਾ ਕੇ ਆਉਂਦੇ ਸੀ, ਉਹਨਾਂ ਦੀ ਪਰਖ ਵਿੱਚ ਲੱਗ ਗਈਆਂ। ਜਬ ਫਕੀਰ ਕੋ ਪੁਰ ਮਹਿ ਆਵਹਿ, ਜਦੋਂ ਵੀ ਕੋਈ ਇਹੋ ਜਿਹਾ ਪਖੰਡੀ ਆਉਂਦਾ ਹੈ ਇਹਨਾਂ ਦੀ ਨਗਰੀ ਵਿੱਚ, ਲਾਏ ਸ਼ਿੰਗਾਰ ਤਾਸ ਢਿਗ ਜਾਵਹਿ, ਇਹ ਇਸ ਪ੍ਰਕਾਰ ਤਿਆਰ ਹੋ ਕਰਕੇ ਉਹਦੇ ਕੋਲ ਜਾਂਦੀਆਂ ਨੇ। ਨੈਣ ਕੋਰ ਜਿਨ ਬਾਨ ਸਮਾਨਾ, ਤੋ ਕਹਿੰਦੇ ਨੇ ਜਿਨ੍ਹਾਂ ਦੇ ਨੇਤਰਾਂ ਦੇ ਕੋਨੇ ਨਿਗਾਹ ਦੀ ਦੇਖਣੀ ਇਹੋ ਜਿਹੀ ਹੈ। ਧਨਖ ਸੋ ਪ੍ਰਿਕਟੀ ਕੁਟਲ ਮਹਾਨਾ, ਜਿਹੜੇ ਪ੍ਰਵੱਟੇ ਨੇ ਇਹ ਧਨਖ ਦੀ ਨਿਆਈ ਨੇ, ਜਿਹੜੀ ਇਹਨਾਂ ਦੀ ਨਿਗਾਹ ਹੈ ਤੀਰਾਂ ਦੀ ਨਿਆਈ ਹੈ। ਜੋ ਦੇਖੇ ਤਹ ਤੀਖੇ ਲਾਗੈ, ਤੋ ਜਿਹੜਾ ਵੀ ਦੇਖਦਾ ਹੈ ਸੁੰਦਰ ਸਰੂਪ ਨੂੰ, ਉਸ ਨੂੰ ਤਿੱਖੇ ਲੱਗਦੇ ਹਨ ਤੀਰ ਇਹ। ਤਤ ਖਿਨ ਧੀਰਜ ਧਰਮ ਸੋ ਭਾਗੈ, ਤੋ ਆਪਣਾ ਧੀਰਜ ਆਪਣਾ ਧਰਮ ਡੋਲ ਜਾਂਦਾ ਹੈ ਜਿਹੜੇ ਵੀ ਉਹ ਦੇਖਦੇ ਹਨ। ਜਿਨ ਕੋ ਪਿਖ ਸੁਰ ਮਨ ਜਤ ਤਿਆਗੈ, ਕਹਿੰਦੇ ਜਿਨ੍ਹਾਂ ਨੂੰ ਵੇਖ ਕਰਕੇ ਦੇਵਤੇ ਵੀ ਮੁਨੀ ਲੋਕ ਵੀ ਆਪਣਾ ਧਰਮ ਛੱਡ ਬੈਠਦੇ ਹਨ। ਕਿਆ ਕਲ ਨਰ ਬਪਰੇ ਤਿਨ ਆਗੈ, ਕਵੀ ਜੀ ਕਹਿੰਦੇ ਕਲਯੁਗ ਦੇ ਕਹਿੰਦੇ ਜੀਵ ਨੇ ਇਸ ਪਰਖ ਵਿੱਚ ਟਿਕ ਜਾਣਗੇ। ਅਨਕ ਫਕੀਰ ਕਰਤ ਬਿਬਚਾਰਾ, ਅਨੇਕਾਂ ਹੀ ਜਿਹੜੇ ਅਸੀਂ ਇਸ ਪ੍ਰਕਾਰ ਡੋਲ ਜਾਇਆ ਕਰਦੇ ਧਰਮ ਤੋਂ। ਧਰਮ ਭ੍ਰਿਸ਼ਟ ਹੋਵੇ ਜਾਤ ਗਵਾਰਾ, ਉਹ ਗਵਾਰ ਬੇਸਮਝ ਲੋਕ ਧਰਮ ਨੂੰ ਭ੍ਰਿਸ਼ਟ ਕਰ ਬੈਠਦੇ, ਬਦਨਾਮੀਆਂ ਖੱਟਦੇ। ਹਿੰਦੂ ਤੁਰਕ ਤਪੀ ਬ੍ਰਹਮਚਾਰੀ, ਜਿਹੜੇ ਬੜੇ ਬੜੇ ਇਸ ਪ੍ਰਕਾਰ ਬੜੇ ਬੜੇ ਤਪਸਵੀ ਤੇ ਬ੍ਰਹਮਚਾਰੀ ਲੋਕ ਹਨ। ਧਰਹਿ ਨਾ ਧੀਰਜ ਦੇਖਤ ਨਾਰੀ, ਤੋ ਭਾਈ ਉਹ ਵੀ ਇਸ ਪ੍ਰਕਾਰ ਬਿਨਾਂ ਮਾਲਕ ਪੂਰੇ ਗੁਰੂ ਦੀ ਬਖਸ਼ਿਸ਼ ਤੋਂ ਉਹ ਵੀ ਆਪਣਾ ਧੀਰਜ ਕਾਇਮ ਨਹੀਂ ਰੱਖ ਸਕਦੇ। ਕਹੈ ਭੂਪ ਸੋ ਕੋਏ ਨਾ ਪੂਰਾ, ਤੇ ਆਣ ਕੇ ਕਹਿੰਦੀਆਂ ਵੀ ਜਿੰਨੇ ਵੀ ਅਸੀਂ ਦੇਖੇ ਕੋਈ ਪੂਰਨ ਨਹੀਂ ਹੈ। ਕਿਉ ਕਾਮ ਜਤ ਸਤ ਔਰ ਊਰਾ, ਕਾਮ ਵਾਸ਼ਨਾਏ ਜਤ ਸਤ ਤੋਂ ਖਾਲੀ ਕੀਤੇ ਪਏ ਨੇ, ਕਿਉਂਕਿ ਇਹ ਪੰਜੇ ਜਿਹੜੇ ਵਿਕਾਰ ਨੇ ਇਹੋ ਹੀ ਜੀਵਾਂ ਨੂੰ ਸੋ ਇਸ ਪ੍ਰਕਾਰ ਜਨਮ ਮਰਨ ਵਿੱਚ ਪਾਉਂਦੇ ਹਨ। ਸੁਨ ਨਿਰਪ ਕੀਏ ਵਿਚਾਰ ਮਨ ਮਾਹੀ, ਮਨ 'ਚ ਵਿਚਾਰ ਕੀਤਾ ਰਾਜੇ ਸ਼ਿਵਨਾਭ ਨੇ, ਪ੍ਰਬਲ ਕਲੀ ਪੂਰਾ ਕੋ ਨਾਹੀ, ਕਹਿਣ ਲੱਗਾ ਵੀ ਇਹ ਕਲਯੁਗ ਦੇ ਵਿੱਚ ਕੋਈ ਵੀ ਪੂਰਨ ਨਹੀਂ ਹੈ। ਇੱਕ ਸ੍ਰੀ ਨਾਨਕ ਗੁਰੂ ਬਹੀਨਾ, ਧੰਨ ਸਾਹਿਬ ਗੁਰੂ ਨਾਨਕ ਮਹਾਰਾਜ ਤੋਂ ਬਿਨਾਂ ਕੋਈ ਵੀ ਕਲਯੁਗ ਵਿੱਚ ਪੂਰਾ ਗੁਰੂ ਨਹੀਂ ਹੋ ਸਕਦਾ। ਇਹ ਰਾਜੇ ਨੂੰ ਨਿਸ਼ਚਾ ਹੋ ਗਿਆ। ਪੰਚ ਦੁਸ਼ਟ ਕੈ ਸਰਬ ਅਧੀਨਾ, ਇਹ ਪੰਜ ਕਾਮ ਕ੍ਰੋਧ ਜਿਹੜੇ ਨੇ ਇਹਨਾਂ ਦੁਸ਼ਟਾਂ ਦੇ ਵਾਸੀ ਫਿਰਦੇ ਨੇ ਸਾਰੇ ਲੋਕ। ਅਸ ਕਹਿ ਚਿਤਵ ਰੂਪ ਕਿਰਪਾਲਾ, ਇਉਂ ਫਿਰ ਚੇਤੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਦੇ ਸਰੂਪ ਨੂੰ ਲੇਤ ਸਵਾਸ ਜੋ ਸੀਤ ਵਿਸਾਲਾ, ਠੰਡੇ ਹੋ ਕੇ ਭਰਦਾ ਮੇਰੇ ਗਰੀਬ ਨਵਾਜ ਕਦੋਂ ਕਿਰਪਾ ਕਰੋਗੇ। ਪੀਰੀ ਪਰ ਰਹੀ ਮੁਖ ਪਰ ਜਾ ਕੇ, ਜਿਸ ਦੇ ਮੂੰਹ ਦੇ ਉੱਤੇ ਪੀਲਾਤਣ ਪੀਲਾਪਨ ਆਈ ਜਾਂਦਾ ਹੈ ਦਿਨੋ ਦਿਨ। ਮੋਚਤ ਜਲ ਦਵੈ ਲੋਚਨ ਤਾਕੇ, ਦੋਨਾਂ ਨੇਤਰਾਂ ਤੋਂ ਵੈਰਾਗ ਦੇ ਵਿੱਚ ਛਮ ਛਮ ਨੀਰ ਚੱਲਦਾ ਇਸ ਦੇ ਗੁਰੂ ਨੂੰ ਯਾਦ ਕਰਕੇ। ਅਸ ਜਬ ਖੈਚ ਪ੍ਰੇਮ ਨ ਕੀਨੀ, ਹੁਣ ਜਦੋਂ ਇਹੋ ਜੀ ਬੇਬਲ ਅਵਸਥਾ ਪ੍ਰੇਮ ਦੀ ਬਣ ਗਈ ਤੇ ਮੇਰੇ ਗੁਰੂ ਨਾਨਕ ਦੇ ਮਨ ਨੂੰ ਖਿੱਚ ਬਣ ਗਈ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਤਾਂ ਹੀ ਤਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ, ਕਹਿੰਦੇ ਨੇ ਭਾਈ ਗੱਲ ਪ੍ਰੇਮ ਨਾਲ ਹੀ ਬਣਨੀ ਹੈ। ਤੇ ਇਸ ਵਾਸਤੇ ਜਾਓ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਾਂ ਤਲੀ ਗਲੀ ਮੇਰੀ ਆਓ, ਗੁਰੂ ਨਾਨਕ ਨੇ ਕਿਹਾ ਸੀ। ਤੇ ਦਸਵੇਂ ਰੂਪ ਵਿੱਚ ਕਿਹਾ ਸਾਚ ਕਹੋ ਸੁਣ ਲਿਓ ਸਭੈ ਜਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਆ। ਗੱਲ ਤੇ ਪ੍ਰੇਮ ਨਾਲ ਗੁਰੂ ਸਾਹਿਬ ਨੇ ਬਖਸ਼ਿਸ਼ ਕਰਨੀ ਹੈ, ਮਿਲਣਾ ਹੈ। ਕਿਰਪਾ ਨਿਧਾਨ ਸਰਬ ਗਤ ਚੀਨੀ, ਜਦੋਂ ਕਿਰਪਾ ਦੇ ਖਜ਼ਾਨੇ ਗੁਰੂ ਸਾਹਿਬ ਨੇ ਸਾਰੀ ਹਾਲਤ ਵੇਖ ਲਈ ਉਸ ਰਾਜੇ ਦੀ। ਚਿਤਵਿਓ ਤਿਹ ਕੋ ਕਰਨ ਨਿਹਾਲਾ, ਤੇ ਗੁਰੂ ਸਾਹਿਬ ਨੇ ਮਨ ਬਣਾ ਲਿਆ ਵੀ ਚੱਲ ਕੇ ਨਿਹਾਲ ਕਰੀਏ।
ਸਾਡਾ ਪ੍ਰੇਮੀ ਯਾਦ ਕਰ ਰਿਹਾ ਹੈ, ਚਲੀਏ ਉਹਦੇ ਕੋਲ। ਕੀਨ ਜਾਸ ਕੋ ਪ੍ਰੇਮ ਬਿਹਾਲਾ, ਕਹਿੰਦੇ ਸਾਡੇ ਪ੍ਰੇਮ ਨੇ ਉਹਨੂੰ ਬੇਬਲ ਕੀਤਾ ਹੋਇਆ, ਚੱਲ ਕੇ ਉਹਦੀ ਸਾਰ ਲਈਏ। ਤਹਾਂ ਚਲਨ ਕੀ ਮਨਸਾ ਧਾਰੀ, ਤੇ ਗੁਰੂ ਸਾਹਿਬ ਨੇ ਆਪਣੇ ਮਨ ਦੇ ਵਿੱਚ ਫੁਰਨਾ ਬਣਾ ਲਿਆ ਵੀ ਹੁਣ ਚਲੀਏ ਉਹਦੇ ਕੋਲ। ਸਹਿ ਨਾ ਸਕਤ ਬਿਰਹੋ ਭਗਤ ਜੋ ਭਾਰੀ, ਤੋ ਭਾਰੀ ਆਪਣੇ ਭਗਤਾਂ ਦੇ ਵਿਛੋੜੇ ਨੂੰ ਗੁਰੂ ਸਾਹਿਬ ਸਹਾਰ ਨਹੀਂ ਸਕਦੇ, ਇਸ ਵਾਸਤੇ ਮਹਾਰਾਜ ਨੇ ਮਨ ਬਣਾਇਆ ਹੈ। ਪ੍ਰੇਮ ਡੋਰ ਕਰ ਬੰਦੇ ਗੁਸਾਈ, ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ, ਪ੍ਰੇਮ ਰੂਪ ਡੋਰੀ ਦੇ ਬੱਧੇ ਹੋਏ ਮਹਾਰਾਜ ਤਿਆਰ ਹੋਏ ਹਨ। ਖੈਂਚੇ ਮਿਲਨ ਚਾਹਤ ਨ੍ਰਿਪਤਾਈ, ਹੁਣ ਖਿੱਚੇ ਹੋਏ ਪ੍ਰੇਮ ਦੇ ਚਾਹੁੰਦੇ ਨੇ ਰਾਜੇ ਨੂੰ ਜਾ ਕੇ ਦਰਸ਼ਨ ਦਈਏ। ਵੈਸੇ ਏਕ ਦਿਵਸ ਉਦਿਆਨਾ, ਇੱਕ ਦਿਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਇਕਾਂਤ ਵਿੱਚ ਉਜਾੜ ਵਿੱਚ ਬੈਠੇ ਸਨ। ਮੈਂ ਤਾਹੈ ਗਇਓ ਸੰਗ ਮਰਦਾਨਾ, ਕਹਿੰਦਾ ਭਾਈ ਬਾਲਾ ਜੀ ਮਰਦਾਨਾ ਜੀ ਨੂੰ ਨਾਲ ਲੈ ਕੇ ਦਰਸ਼ਨ ਕਰਨ ਵਾਸਤੇ ਚੱਲ ਗਏ। ਗੁਰੂ ਸਾਹਿਬ ਦੇ ਚਰਨਾਂ ਵਿੱਚ ਮਹਾਰਾਜ ਸੋ ਆਪਣੇ ਨਨਕਾਣਾ ਸਾਹਿਬ ਤਲਵੰਡੀ ਵਿੱਚ ਆਏ ਹੋਏ ਹਨ। ਕਰ ਬੰਦਨ ਗੇ ਬੈਸ ਸਮੀਪਾ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰਕੇ ਆਰਾਮ ਨਾਲ ਜਦੋਂ ਬੈਠੇ ਸਾਂ ਤਾਂ ਤਬੇ ਬੋਲੇ ਬੇਦੀ ਕੁਲ ਦੀਪਾ, ਬੇਦੀ ਕੁਲ ਦੇ ਦੀਪਕ ਪ੍ਰਕਾਸ਼ ਰੂਪ ਗੁਰੂ ਨਾਨਕ ਸਾਹਿਬ ਨੇ ਫਿਰ ਬਚਨ ਕੀਤਾ। ਮਹਾਰਾਜ ਬੋਲੇ ਬਚਨ ਕਹਿੰਦੇ ਹਨ, ਚਲੋ ਸੈਲ ਹਿਤ ਦੇਖਨ ਸੋਨੀ, ਗੁਰੂ ਸਾਹਿਬ ਕਹਿੰਦੇ ਨੇ ਬਾਲਾ ਮਰਦਾਨਾ ਚਲੋ ਧਰਤੀ ਦੀ ਸੈਰ ਕਰਨ ਚਲੀਏ। ਮੇਰੇ ਗੁਰੂ ਸਾਹਿਬ ਜੀ ਬਖਸ਼ਿਸ਼ ਕੀਤੀ ਹੈ। ਰਚਨਾ ਕੀਨ ਅਨਕ ਜਗ ਜੋਨੀ, ਜੋ ਜਗਤ ਜੋਨੀ ਜਗਤ ਦੇ ਰਚਨਹਾਰ ਪਰਮੇਸ਼ਰ ਨੇ ਅਨੇਕ ਪ੍ਰਕਾਰ ਦੀ ਰਚਨਾ ਜੋ ਕੀਤੀ, ਚਲੋ ਜਾ ਕੇ ਦੇਖੀਏ ਧਰਤੀ ਤੇ। ਕਿਤੇ ਥਾਨ ਨਰ ਅਨਤ ਸੁਭਾਉ, ਭਾਈ ਕਈਆਂ ਥਾਵਾਂ ਤੇ ਵੱਖਰੇ ਵੱਖਰੇ ਸੁਭਾਵਾਂ ਦੇ ਲੋਕ ਹਨ। ਰਾਖਸ਼ ਰਹਿਨ ਥਾਨ ਹੈ ਕਾਉ, ਕਈ ਥਾਂ ਰਾਖਸ਼ਾਂ ਦੇ ਰਹਿਣ ਵਾਲੇ, ਉਹ ਵੀ ਦੇਖਾਂਗੇ ਅਸੀਂ। ਕਿਤ ਧਰਮੀ ਕਿਤ ਅਗੀ ਬਸੰਤੇ, ਕਿਤੇ ਵੱਡੇ ਵੱਡੇ ਪਾਪੀ ਬੈਠੇ, ਕਿਤੇ ਵੱਡੇ ਵੱਡੇ ਧਰਮੀ ਲੋਕ ਬੈਠੇ ਨੇ, ਵੀ ਚਲੋ ਸਭਨਾਂ ਨੂੰ ਮਿਲਣਾ ਆਪਾਂ। ਕਹੂੰ ਦੁਖੀ ਕਹਿ ਸੁਖੀ ਰਹੰਤੇ, ਕਿਤੇ ਸੁਖੀ ਰਹਿੰਦੇ ਨੇ, ਕਿਤੇ ਬਹੁਤ ਦੁਖੀ ਲੋਕ ਹਨ। ਮਹਾਰਾਜ ਕਹਿੰਦੇ ਬਾਲਾ ਮਰਦਾਨਾ ਚਲੋ ਸਾਰਿਆਂ ਦਾ ਦਰਸ਼ਨ ਕਰਾਂਗੇ। ਨਿਗਮਾਗਮ ਕਿਤ ਕਥਤ ਪੁਰਾਨਾ, ਕੋਈ ਪੁਰਾਣਾ ਦੀ ਕਥਾ ਕਰੀ ਜਾਂਦਾ, ਕੋਈ ਵੇਦਾਂ ਤੇ ਸ਼ਾਸਤਰਾਂ ਦੀ ਕਰਦਾ ਹੈ। ਕਹੂੰ ਤੁਰਕ ਹੋਏ ਪੜਤ ਕੁਰਾਨਾ, ਕਿਤੇ ਮੁਸਲਮਾਨ ਹਨ, ਉਹ ਕੁਰਾਨ ਪੜ੍ਹੀ ਜਾਂਦੇ, ਆਪਣਾ ਧਰਮ ਗ੍ਰੰਥ ਜੋ ਹੈ। ਦੇਸ ਵਿਦੇਸਨ ਕੀ ਬਹੁ ਭਾਖਾ, ਦੇਸ਼ਾਂ ਦੀ ਪ੍ਰਦੇਸ਼ਾਂ ਦੀ ਵੱਖਰੀ ਵੱਖਰੀ ਭਾਸ਼ਾ ਜੋ ਹੈ। ਚਲੋ ਬਲੋਕਨ ਕੀ ਅਬਲਾਖਾ, ਸਾਡੀ ਇੱਛਾ ਚਲੋ ਅਸੀਂ ਵੇਖੀਏ। ਸਾਧ ਸੰਗਤ ਇਹ ਗੁਰੂ ਨਾਨਕ ਦਾ ਵੇਖਣਾ ਹੋਰ ਆ ਤੇ ਸਾਡਾ ਵੇਖਣਾ ਹੋਰ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਸ੍ਰਿਸ਼ਟੀ ਦੇ ਕਰਤਾ ਨੇ, ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਤੋ ਕਿਸਾਨ ਸੋ ਆਪਣੀ ਫਸਲ ਬੀਜਦਾ ਹੈ, ਬਾਗਵਾਨ ਕੋਈ ਆਪਣਾ ਬਾਗ ਲਾਉਂਦਾ ਹੈ ਤੇ ਫਿਰ ਉਹਨੂੰ ਦੇਖਣ ਜਾਂਦਾ ਹੈ। ਦੇਖਣ ਤੋਂ ਭਾਵ ਹੁੰਦਾ ਸੰਭਾਲ ਕਰਨੀ। ਹੁਣ ਸਾਹਿਬ ਗੁਰੂ ਨਾਨਕ ਪਾਤਸ਼ਾਹ ਤਿਆਰ ਹੋਏ ਨੇ, ਸ੍ਰਿਸ਼ਟੀ ਰਚੀ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀ ਵੱਖਰੀ ਵੱਖਰੀ ਰਚੀ ਹੋਈ ਹੈ, ਤੇ ਜਾ ਕਰਕੇ ਆਪਾਂ ਦੇਖੀਏ, ਸੰਭਾਲ ਕਰੀਏ ਸਭ ਦੀ। ਸੁਨ ਕਰ ਬਚਨ ਕਹਿਤ ਮਰਦਾਨਾ, ਮਰਦਾਨਾ ਸੁਣ ਕੇ ਬੇਨਤੀ ਕਰਦਾ ਗੁਰੂ ਸਾਹਿਬ ਜੀ ਨੂੰ, ਪ੍ਰਭੂ ਸਮਰੱਥ ਸਕਲ ਗੁਣ ਖਾਨਾ, ਇਹ ਸਾਰੇ ਗੁਣਾਂ ਦੇ ਖਜ਼ਾਨੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਸਰਬ ਕਲਾ ਸਮਰੱਥ ਹੋ ਆਪ। ਜਹ ਇੱਛਾ ਤੁਮ ਚਲੋ ਅਗਾਰੀ, ਜਿੱਥੇ ਮਹਾਰਾਜ ਤੁਹਾਡੀ ਇੱਛਾ, ਅੱਗੇ ਅੱਗੇ ਤੁਸੀਂ ਚਲੋ ਮਹਾਰਾਜ ਜੀ। ਹਉ ਰਾਵਰ ਕੀ ਸਦਾ ਪਿਛਾਰੀ, ਅਸੀਂ ਮਹਾਰਾਜ ਸਦਾ ਤੁਹਾਡੇ ਪਿੱਛੇ, ਜਿੱਧਰ ਚੱਲੋਗੇ ਮਗਰ ਮਗਰ ਅਸੀਂ ਚੱਲਾਂਗੇ ਆਪ ਜੀ ਦੇ। ਤੁਮ ਸਮ ਪ੍ਰਭ ਕੀ ਸਰਣ ਹੈ ਸ਼ੋਰੀ, ਤੁਹਾਡੇ ਵਰਗੇ ਪ੍ਰਭੂ ਪਰਮੇਸ਼ਰ ਰੂਪ ਦੀ ਸ਼ਰਨ ਨੂੰ ਛੱਡ ਕੇ ਕਾ ਕੋ ਗਹੋਂ ਅਲੰਬ ਬਹੋਰੀ, ਤੇ ਮਹਾਰਾਜ ਤੁਹਾਡਾ ਸਾਥ ਛੱਡ ਕਿਹਦਾ ਆਸਰਾ ਹੋਰ ਲਵਾਂਗੇ? ਤੁਹਾਡੇ ਬਿਨਾਂ ਸਾਡਾ ਕੋਈ ਆਸਰਾ ਨਹੀਂ ਹੈ। ਸੁਨੋ ਗੁਰੂ ਅੰਗਦ ਗਤ ਦਾਨੀ, ਤਾਂ ਬਾਲਾ ਜੀ ਕਹਿੰਦੇ ਮੁਕਤੀ ਦਾਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਸੁਣੋ ਇਹ ਕਥਾ। ਬੰਦ ਪਾਨ ਪੁਨ ਮੈਂ ਕਹਿ ਬਾਨੀ, ਤੇ ਬਾਲਾ ਜੀ ਕਹਿੰਦੇ ਮੈਂ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਦੀਨ ਦਇਆਲ ਰਾਖ ਨਿਜ ਸਾਥਾ, ਗਰੀਬਾਂ ਦੇ ਸਵਾਮੀ ਮਹਾਰਾਜ ਕਿਰਪਾ ਕਰਕੇ ਮੈਨੂੰ ਨਾਲ ਹੀ ਰੱਖੋ ਆਪਣੇ। ਤੁਮ ਸਮ ਦੇਖੋ ਔਰ ਨਾ ਨਾਥਾ, ਇਹ ਮੇਰੇ ਸਵਾਮੀ ਤੁਹਾਡੇ ਵਰਗਾ ਮਾਲਕ ਸਾਨੂੰ ਕੋਈ ਲੱਭਣਾ ਨਹੀਂ, ਨਾਲ ਹੀ ਰੱਖੋ ਮੈਨੂੰ ਵੀ ਆਪਣੇ। ਸੁਣ ਕੇ ਬਚਨ ਪ੍ਰਸੀਦ ਬਿਸਾਲਾ, ਇਹ ਬਚਨ ਸੁਣ ਕੇ ਗੁਰੂ ਸਾਹਿਬ ਜੀ ਖੁਸ਼ ਹੋ ਗਏ ਹਨ। ਭਈ ਪਰਦੋਖ ਉਠੇ ਤਿਹ ਕਾਲਾ, ਇੰਨੇ ਚਿਰ ਨੂੰ ਸ਼ਾਮਾਂ ਹੋ ਗਈਆਂ, ਸੂਰਜ ਅਸਤ ਹੋ ਗਿਆ, ਉੱਠ ਕੇ ਚੱਲ ਪਏ ਗੁਰੂ ਸਾਹਿਬ ਜੀ। ਆਏ ਨਗਰ ਵਹਿ
ਆਏ ਨਗਰ ਵਿਖੈ ਨਿਜ ਸਦਨਾ। ਆਪਣੀ ਨਗਰੀ ਵਿੱਚ ਗੁਰੂ ਸਾਹਿਬ ਆਪਣੇ ਘਰ ਵਿੱਚ ਆ ਗਏ ਮਾਤਾ ਤ੍ਰਿਪਤਾ ਜੀ ਦੇ ਕੋਲ। ਪ੍ਰਫੁੱਲਤ ਅਰਬਿੰਦ ਸੋ ਬਦਨਾ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਦਾ ਕਮਲ ਸਰੀਖਾ ਮੁਖ ਖਿੜ ਰਿਹਾ ਹੈ। ਐਸੇ ਮੇਰੇ ਸੁੰਦਰ ਸਰੂਪ ਗੁਰੂ ਸਾਹਿਬ ਜੀ ਸਵਈਆ ਬੈਨ ਕਹੇ ਨਿਜ ਧਾਮ ਵਿਖੇ। ਆਪਣੇ ਘਰ ਵਿੱਚ ਬਚਨ ਕੀਤੇ ਹਨ ਗੁਰੂ ਸਾਹਿਬ ਜੀ ਨੇ। ਅਬ ਨਾਨਕ ਜੀ ਚੱਲਬੇ ਕਿਤ ਤਿਆਰਾ। ਤਾਂ ਇਸ ਪ੍ਰਕਾਰ ਬਾਲਾ ਜੀ ਹੁਣੀ ਕਹਿੰਦੇ ਅਸੀਂ ਵੀ ਘਰਾਂ ਚ ਆਣ ਕੇ ਆ ਵੀ ਗੁਰੂ ਨਾਨਕ ਸਾਹਿਬ ਜੀ ਹੁਣ ਕਿਤੇ ਜਾਣ ਨੂੰ ਤਿਆਰ ਹਨ। ਸੰਗ ਚੱਲੇ ਤਿਨ ਕੇ ਹਮ ਤਾਂ ਛਿਨ। ਉਸ ਵੇਲੇ ਅਸੀਂ ਗੁਰੂ ਨਾਨਕ ਸਾਹਿਬ ਦੇ ਨਾਲ ਜਾਵਾਂਗੇ। ਬਾਲਾ ਮਰਦਾਨਾ ਨੇ ਘਰਾਂ ਚ ਆਣ ਕੇ ਦੱਸਤਾ ਆਪਣੇ। ਪ੍ਰੀਤ ਵਿਸਾਲ ਦਇਆਲ ਉਦਾਰਾ। ਧੰਨ ਉਦਾਰਾ ਸ੍ਰੇਸ਼ਟ ਸਤਿਗੁਰੂ ਪਾਤਸ਼ਾਹ ਦਿਆਲੂ ਸਤਿਗੁਰਾਂ ਦੀ ਪ੍ਰੀਤ ਹੈ ਮਨ ਵਿੱਚ ਇਹਨਾਂ ਦੇ। ਜਿਉ ਸੁਧ ਭੀ ਜਬ ਸ੍ਰੀ ਗੁਰ ਅਲਾਏ। ਆਲ ਹੈ। ਤੇ ਇਸ ਪ੍ਰਕਾਰ ਜਦੋਂ ਸ਼੍ਰੋਮਣੀ ਸਤਿਗੁਰੂ ਦੇ ਘਰ ਵਿੱਚ ਇਹ ਖਬਰ ਹੈ ਵੀ ਗੁਰੂ ਨਾਨਕ ਸਾਹਿਬ ਨੇ ਤਿਆਰੀ ਕਰ ਲਈ ਬਾਹਰ ਜਾਣ ਦੀ। ਮਾਤ ਪਿਤਾ ਸੁਧ ਦੇਹ ਵਿਸਾਰਾ। ਤਾਂ ਮਾਤਾ ਪਿਤਾ ਨੂੰ ਇਸ ਪ੍ਰਕਾਰ ਹੋਸ਼ ਭੁੱਲ ਗਈ ਹੈ ਵੀ ਫੇਰ ਗੁਰੂ ਸਾਹਿਬ ਜੀ ਸਾਡੇ ਪੁੱਤਰ ਜੀ ਬਾਹਰ ਚੱਲੇ ਹਨ। ਚਿੰਤ ਬਦੀ ਔਰ ਅੰਤਰ ਭੂਰ। ਤਾਂ ਬੜੀ ਭਾਰੀ ਮਨ 'ਚ ਚਿੰਤਾ ਹੋ ਗਈ ਹੈ। ਨਿਰੰਤਰ ਦੀਨ ਚੱਲੇ ਨਹਿ ਚਾਰਾ। ਤੋ ਕਹਿੰਦੇ ਗੁਰੂ ਪਾਤਸ਼ਾਹ ਜੀ ਹੁਣ ਚੱਲੇ ਨੇ, ਸਾਡਾ ਕੋਈ ਯਤਨ ਨਹੀਂ ਹੈ ਤੋ ਮਹਾਰਾਜ ਨੂੰ ਰੱਖ ਸਕੀਏ। ਤਿਆਰੀ ਕਰ ਲਈ ਮਹਾਰਾਜ ਨੇ। ਰਾਏ ਬੁਲਾਰ ਆਵਾਸ ਗਏ ਤਹ। ਤਾਂ ਕਹਿੰਦੇ ਰਾਏ ਬੁਲਾਰ ਜੀ ਦੇ ਕੋਲ ਇਹਨਾਂ ਦਾ ਜ਼ੋਰ ਸੀ ਵੀ ਉਹੋ ਹੀ ਗੁਰੂ ਸਾਹਿਬ ਜੀ ਨੂੰ ਕੋਈ ਬੇਨਤੀ ਕਰ ਸਕਦੇ ਨੇ। ਸੋ ਰਾਏ ਬੁਲਾਰ ਕੋਲ ਗਏ ਹਨ। ਜਾਵਤ ਹੀ ਬਹੁ ਰੋਦਨ ਕੀਨੋ। ਤੋ ਜਾ ਕਰਕੇ ਬੜਾ ਵੈਰਾਗ ਕੀਤਾ ਰਾਏ ਬੁਲਾਰ ਦੇ ਕੋਲ। ਸ੍ਰੀ ਗੁਰ ਕੀ ਜਨਨੀ ਔਰ ਆਤੁਰ। ਤੋ ਬੜੇ ਦੁਖੀ ਹਨ ਮਾਤਾ ਤ੍ਰਿਪਤਾ ਜੀ ਮਨ ਵਿੱਚ। ਤਾਤ ਗਇਓ ਪਿਤ ਭਰਾਤ ਸੋ ਤੀਨੋ। ਤੋ ਕਹਿੰਦੇ ਸਤਿਗੁਰਾਂ ਦੇ ਪਿਤਾ ਜੀ ਤੇ ਨਾਲ ਹੀ ਕਹਿੰਦੇ ਨੇ ਚਾਚਾ ਲਾਲੂ ਜੀ ਤਿੰਨੇ ਹੀ ਗਏ ਹਨ ਰਾਏ ਬੁਲਾਰ ਕੋਲ। ਹੋਏ ਅਧੀਨ ਕਹੇ ਮੁਖ ਸੋ ਬਚ। ਤੇ ਆਪਣੇ ਮੁਖ ਤੋਂ ਬੜੀ ਅਧੀਨ ਕੀ ਨਿਮਰਤਾ ਗਰੀਬੀ ਦੇ ਸਹਿਤ ਬੇਨਤੀ ਕੀਤੀ ਰਾਏ ਸਾਹਿਬ ਜੀ ਨੂੰ। ਨਾਨਕ ਧਾਮ ਰੱਖੋ ਜਿਵ ਚੀਨੋ। ਮਹਾਰਾਜ ਕਿਰਪਾ ਕਰੋ ਰਾਏ ਸਾਹਿਬ ਜੀ ਬੇਨਤੀ ਹੈ ਵੀ ਜਿਵੇਂ ਜਾਣਦੇ ਹੋ ਗੁਰੂ ਨਾਨਕ ਸਾਹਿਬ ਨੂੰ ਰੱਖੋ ਵੀ ਘਰ ਵਿੱਚ ਰਹਿਣ ਇੱਥੇ। ਇਹ ਬੇਨਤੀ ਮਹਾਰਾਜ ਕਰਨ ਆਏ ਹਾਂ। ਜਿਉ ਕਹਿ ਸਵਾਸ ਲਿਓ ਜਬ ਹੀ। ਜਦੋਂ ਇਉਂ ਕਹਿ ਕੇ ਠੰਡਾ ਹੌਕਾ ਭਰਿਆ ਹੈ ਤਾਂ ਸੁਨ ਰਾਏ ਤਬੇ ਕਰਨਾ ਰਸ ਭੀਨੋ। ਇਉਂ ਜਾਣ ਕਰਕੇ ਹੁਣ ਰਾਏ ਬੁਲਾਰ ਵੀ ਜਿਹੜਾ ਜਿਹਨੂੰ ਗੁਰੂ ਸਾਹਿਬ ਨੇ ਗਿਆਨ ਬਖਸ਼ ਦਿੱਤਾ ਹੈ ਹੁਣ ਇਹ ਵੀ ਇਸ ਪ੍ਰਕਾਰ ਸੋ ਦੁਖੀ ਦੇਖ ਕਰਕੇ ਦੁਖੀ ਹੁੰਦੇ ਨੇ। ਤੋ ਬੜਾ ਕਰਨਾ ਰਸ ਭਾਵ ਮਨ ਚ ਕਿਰਪਾ ਤਰਸ ਆ ਗਿਆ ਰਾਏ ਸਾਹਿਬ ਦੇ। ਭੁਜੰਗ ਛੰਦ ਤਬੇ ਰਾਏ ਭੇਜਿਓ ਉਮੇਦਾ ਜੋ ਦਾਸੂ। ਇਸ ਦਾ ਸੇਵਕ ਸੀ ਭਾਈ ਉਮੇਦਾ। ਰਾਏ ਬੁਲਾਰ ਨੇ ਗੁਰੂ ਸਾਹਿਬ ਜੀ ਵੱਲ ਭੇਜਿਆ ਹੈ। ਤਪਾ ਤਾਤ ਕਾਲੂ ਕੇ ਜਾਵੋ ਸੋ ਪਾਸੂ। ਤੋ ਕਿਹਾ ਵੀ ਧੰਨ ਗੁਰੂ ਤਪਾ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਤੁਸੀਂ ਜਾਓ। ਕਰੋ ਬੰਦਗੀ ਜਾਏ ਆਗੇ ਕਨੇਰੀ। ਤੋ ਜਾ ਕਰਕੇ ਸੋ ਬੰਦਗੀ ਭਾਵ ਬੜੀ ਨਿਮਰਤਾ ਦੇ ਨਾਲ ਅਧੀਨਗੀ ਦੇ ਨਾਲ ਗੁਰੂ ਸਾਹਿਬ ਨੂੰ ਬੇਨਤੀ ਕਰੋ ਮੇਰੀ ਤਰਫੋਂ। ਦਇਆ ਧਾਰ ਦੀਦਾਰ ਦੀਜੇ ਬੇਦੇਰੀ। ਬਿਨਾਂ ਦੇਰੀ ਤੋਂ ਮਹਾਰਾਜ ਕਿਰਪਾ ਕਰਕੇ ਮਿਹਰ ਕਰੋ ਤੇ ਮੈਨੂੰ ਦਰਸ਼ਨ ਦਿਓ। ਰਾਏ ਬੁਲਾਰ ਨੇ ਅਰਦਾਸ ਭੇਜੀ ਬੇਨਤੀ। ਉਮੇਦਾ ਗਇਓ ਬੇਗ ਬਾਨੀ ਅਲਾਈ। ਬੜਾ ਛੇਤੀ ਨਾਲ ਭਾਈ ਉਮੇਦਾ ਸੇਵਕ ਜਿਹੜਾ ਸੀ ਗਿਆ ਜਾ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਹੈ। ਤਪਾ ਜੀ ਤੁਮੇ ਬੰਦਗੀ ਰਾਏ ਗਾਈ। ਹੇ ਤਪਾ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਨੂੰ ਰਾਏ ਬੁਲਾਰ ਜੀ ਨੇ ਬੰਦਗੀ ਬੇਨਤੀ ਕੀਤੀ ਹੈ ਜੀ, ਨਮਸਕਾਰ ਕੀਤੀ ਹੈ। ਏਕੰ ਬਾਰ ਆ ਕੇ ਦਿਦਾਰੰਗ ਦੀਜੈ। ਉਹਨੇ ਬੇਨਤੀ ਕੀਤੀ ਵੀ ਇੱਕ ਵਾਰ ਕਿਰਪਾ ਕਰਕੇ ਆਣ ਕੇ ਮੈਨੂੰ ਦਰਸ਼ਨ ਜ਼ਰੂਰ ਦਿਓ। ਇਹ ਅਰਦਾਸ ਹੈ ਉਹਨਾਂ ਦੀ। ਜਿਤੰ ਫੇਰ ਜਾਨੋ ਪਿਆਨੋ ਕਰੀਜੈ। ਫਿਰ ਜਿੱਧਰ ਤੁਹਾਡਾ ਚਿੱਤ ਹੈ ਤੁਸੀਂ ਉਧਰ ਜਾਇਓ। ਬਾਅਦ ਵਿੱਚ ਪਹਿਲਾਂ ਰਾਏ ਸਾਹਿਬ ਨੂੰ ਦਰਸ਼ਨ ਦੇ ਜਾਓ ਜੀ। ਸਵਈਆ ਜਉ ਸੁਨ ਕੇ ਤਬ ਨਾਨਕ ਜੀ। ਇਹ ਬੇਨਤੀ ਸੁਣ ਕੇ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਤਜ ਆਸਨ ਕੋ ਤੇ ਸੰਗ ਪਧਾਰੇ। ਆਸਣ ਤੋਂ ਉੱਠੇ ਹਨ ਤੇ ਉਸ ਉਮੇਦੇ ਸੇਵਕ ਦੇ ਨਾਲ ਚੱਲ ਪਏ ਹਨ। ਰਾਏ ਹਿਰਦੇ ਸੁਖ ਸੋ ਬਿਗਸਾ। ਤੋ ਕਹਿੰਦੇ ਨੇ ਰਾਜਾ ਦੇਖ ਕਰਕੇ ਗੁਰੂ ਸਾਹਿਬ ਦਾ ਦਰਸ਼ਨ ਬਹੁਤ ਖਿੜਿਆ, ਮਨ ਖੁਸ਼ ਹੋ ਗਿਆ। ਨਿਜ ਪ੍ਰੀਤਮ ਕੋ ਜਬ ਰੂਪ ਨਿਹਾਰੇ। ਜਦੋਂ ਆਪਣੇ ਪਿਆਰੇ ਪ੍ਰੀਤਮ ਗੁਰੂ ਪਰਮੇਸ਼ਰ ਰੂਪ ਦਾ ਦਰਸ਼ਨ ਕੀਤਾ ਉਸਨੇ। ਊਠਤ ਭਾ ਮਚ ਉਪਰ ਤੇ ਢਿਗ। ਤਾਂ ਕਹਿੰਦੇ ਨੇ ਇਸ ਪ੍ਰਕਾਰ ਪਲੰਘੇ ਤੇ ਬੈਠਾ ਸੀ, ਗੁਰੂ ਸਾਹਿਬ ਦਾ ਦਰਸ਼ਨ ਕਰਦਿਆਂ ਉੱਠ ਕੇ ਖੜਾ ਹੋ ਗਿਆ ਸਤਿਕਾਰ ਵਿੱਚ। ਸ੍ਰੀ ਗੁਰ ਜਾਏ ਕੈ ਕੀਨ ਨਿਵਾਰੇ। ਸਤਿਗੁਰੂ ਜੀ ਗਏ ਨੇ ਪਾਸ ਤੇ ਇਸ ਨੂੰ ਰੋਕਿਆ ਵੀ ਤੁਹਾਡਾ ਸਰੀਰ ਬਜ਼ੁਰਗ ਹੈ, ਖੇਚਲ ਨਾ ਕਰੋ। ਬੰਧਨ ਕੀਨ ਅਧੀਨ ਭਇਓ। ਤੋ ਇਸ ਨੇ ਨਮਸਕਾਰ ਕੀਤੀ ਗੁਰੂ ਸਾਹਿਬ ਜੀ ਨੂੰ ਤੇ ਬੜਾ ਅਧੀਨ ਹੋਇਆ ਹੈ ਨਿਮਰਤਾ ਸਹਿਤ। ਮੁਖ ਭਾਖ ਬਿਨੇ ਨਿਜ ਊਚ ਬਿਠਾਰੇ। ਤੋ ਮੁਖ ਤੋਂ ਬਚਨ ਕਹਿ ਕੇ ਗੁਰੂ ਸਾਹਿਬ ਨੂੰ ਆਪਣੇ ਤੋਂ ਉੱਚੇ ਥਾਂ ਤੇ ਬਿਠਾਇਆ, ਸਤ ਸਤਿਕਾਰ ਕੀਤਾ ਹੈ। ਤਾਤੁਰ
ਮਾਤ ਤੁਮਾਰ ਬ੍ਰਹਾਤੁਰ। ਤੇ ਜੋ ਬੇਨਤੀ ਕੀਤੀ ਸੀ ਗੁਰੂ ਸਾਹਿਬ ਦੇ ਮਾਤਾ ਪਿਤਾ ਜੀ ਨੇ, ਰਾਏ ਬੁਲਾਰ ਨੇ ਫਿਰ ਗੁਰੂ ਸਾਹਿਬ ਦੇ ਚਰਨਾਂ 'ਚ ਅਰਜ਼ ਕੀਤੀ ਵੀ ਤੁਹਾਡੇ ਮਾਤਾ ਪਿਤਾ ਜੀ ਬੜੇ ਦੁਖੀ ਹਨ। ਸਾਗਰ ਮੋਹ ਮੈਂ ਹੋਵੇ ਮਗਨਾਈ। ਇਹ ਮੋਹ ਰੂਪ ਸਮੁੰਦਰ ਵਿੱਚ ਮਗਨ ਹੋਏ ਬੈਠੇ ਹਨ ਤੁਹਾਡੇ। ਹੀਨ ਅਲੰਬ ਤਰੈ ਤਿਹ ਕਿਉ। ਇਸ ਪ੍ਰਕਾਰ ਹੁਣ ਇਹਨਾਂ ਦਾ ਆਸਰਾ ਨਹੀਂ ਕੋਈ। ਕਿਸ ਤਰੀਕੇ ਦਾ ਇਹ ਹੁਣ ਮੋਹ ਦੇ ਸਮੁੰਦਰ ਤੋਂ ਕਿਵੇਂ ਤਰਨ ਇਹ? ਜਾਣਤ ਹੋ ਸਭ ਪੀਰ ਪਰਾਈ। ਤੁਸੀਂ ਅੰਤਰਜਾਮੀ ਸਾਰੀ ਮਹਾਰਾਜ ਪੀੜਾ ਦੁੱਖ ਨੂੰ ਜਾਣਦੇ ਹੋ। ਕੈ ਤਿਨ ਗਿਆਨ ਕੇ ਪੋਤ ਚੜਾਵੋ। ਹੁਣ ਰਾਏ ਬੁਲਾਰ ਕਹਿੰਦਾ ਮਹਾਰਾਜ ਇੰਜ ਕਰੋ ਕਿਰਪਾ, ਤੁਹਾਡੇ ਮਾਤਾ ਪਿਤਾ ਜੀ ਮੋਹ ਦੇ ਸਮੁੰਦਰ ਵਿੱਚ ਡੁੱਬੇ ਪਏ ਨੇ। ਹੁਣ ਜਾਂ ਤਾਂ ਮਹਾਰਾਜ ਕਿਰਪਾ ਕਰਕੇ ਇਹਨਾਂ ਨੂੰ ਗਿਆਨ ਦਾ ਜਹਾਜ਼ ਦੇ ਦਿਓ, ਕਿਰਪਾ ਕਰੋ ਇਹਨਾਂ ਨੂੰ। ਮੋਹ ਕਲੋਲ ਤੇ ਪਾਰ ਲੰਘਾਈ। ਆ ਜਿਹੜੀਆਂ ਮੋਹ ਦੀਆਂ ਲਹਿਰਾਂ ਮਨ ਵਿੱਚ ਹਨ ਇਹਨਾਂ ਤੋਂ ਪਾਰ ਕਰ ਦਿਓ, ਜਾਂ ਤਾਂ ਇਹਨਾਂ ਨੂੰ ਬ੍ਰਹਮ ਗਿਆਨ ਬਖਸ਼ ਦਿਓ। ਨਾ ਤੁਰ ਹੋ ਕਰ ਤੀਰ ਮਿਲੋ ਤੁਮ। ਤੇ ਨਹੀਂ ਤਾਂ ਫਿਰ ਮਹਾਰਾਜ ਇਹਨਾਂ ਦੇ ਕੋਲ ਰਹਿ ਕਰਕੇ ਇਹਨਾਂ ਨਾਲ ਮਿਲਾਪ ਬਖਸ਼ੋ। ਦੋਨਾਂ 'ਚ ਇੱਕ ਕੰਮ ਕਰ ਦਿਓ ਮਹਾਰਾਜ। ਧੀਰ ਸਰੀਰ ਧਰੈ ਸੁਖ ਪਾਈ। ਤਾਂ ਕਿ ਮਹਾਰਾਜ ਇਹ ਧੀਰਜ ਧਾਰ ਕਰਕੇ ਆਪਣੇ ਸਰੀਰ ਦੇ ਵਿੱਚ ਸੁਖੀ ਹੋ ਜਾਣ ਜੀ। ਰਾਏ ਜੀ ਕਾਰਜ ਜਾਨ ਕੋ ਜਾਨਹੁ। ਗੁਰੂ ਨਾਨਕ ਸਾਹਿਬ ਜੀ ਜਵਾਬ ਦਿੰਦੇ, ਕਹਿੰਦੇ ਰਾਏ ਜੀ ਭਈ ਸਾਡਾ ਕਾਰਜ ਬਹੁਤ ਵੱਡਾ ਹੈ, ਇਸ ਵਾਸਤੇ ਸਾਡਾ ਕਾਰਜ ਤਾਂ ਜਾਣਦਾ ਹੀ ਹੈ, ਅਸੀਂ ਤਾਂ ਜਾਵਾਂਗੇ। ਗਿਆਨ ਬਖਾਨਤ ਆਨਨ ਜੋਈ। ਤੇ ਜਿਹੜਾ ਮੁਖ ਤੁਸੀਂ ਕਿਹਾ ਹੈ ਵੀ ਗਿਆਨ ਦੀ ਗੱਲ, ਵੀ ਇਹਨਾਂ ਨੂੰ ਗਿਆਨ ਬਖਸ਼ ਦਿਓ, ਇਹ ਜਿਹੜੀ ਗੱਲ ਹੈ ਪਾਏ ਸਮਾ ਹੋਏ ਜਾਵਹਿ ਪ੍ਰਾਪਤ। ਤੇ ਸਮਾਂ ਪਾ ਕੇ ਪ੍ਰਾਪਤ ਇਹਨਾਂ ਨੂੰ ਹੋ ਜਾਏਗਾ, ਇਹ ਫਿਕਰ ਨਾ ਕਰੋ। ਪਾਰ ਪਰੇ ਭਵ ਬੰਧਨ ਖੋਈ। ਸੰਸਾਰ ਦੇ ਬੰਧਨਾਂ ਨੂੰ ਦੂਰ ਕਰਕੇ ਇਹ ਭਵਜਲ ਤੋਂ ਪਾਰ ਹੋ ਜਾਣਗੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ। ਨੌਕਾ ਸੋ ਮੇਲ ਬਨਿਓ ਜਗ ਮਾਹੇ। ਤਾਂ ਮਹਾਰਾਜ ਕਹਿੰਦੇ ਨੇ ਦੇਖੋ ਆ ਜਿਹੜਾ ਪਰਿਵਾਰਾਂ ਦਾ ਮਿਲਾਪ ਹੈ ਨਾ, ਇਹ ਬੇੜੀ ਦਾ ਪੂਰ ਹੈ। ਜਿਸ ਤਰ੍ਹਾਂ ਦਰਿਆ ਨੂੰ ਪਾਰ ਕਰਨ ਲਈ ਬੇੜੀ ਲੱਗੀ ਹੋਵੇ, ਰਾਹੀ ਮੁਸਾਫਰ ਕੋਈ ਕਿੱਧਰੋਂ ਆਣ ਕੇ ਬੇੜੀ ਵਿੱਚ ਬੈਠ ਜਾਂਦੇ ਨੇ। ਜਿੰਨਾ ਚਿਰ ਬੇੜੀ ਦਰਿਆ ਵਿੱਚ ਆ ਓਨਾ ਚਿਰ ਉਹਨਾਂ ਦਾ ਮਿਲਾਪ ਹੈ। ਜਦੋਂ ਅਗਲਾ ਕਿਨਾਰਾ ਆਉਂਦਾ ਝਟ ਛਾਲਾਂ ਮਾਰ ਕੇ ਆਪੋ ਆਪਣੇ ਰਸਤੇ ਤੁਰ ਜਾਂਦੇ ਨੇ। ਇਹ ਪਰਿਵਾਰ ਸੰਸਾਰ ਦਾ ਮਿਲਾਪ ਤੇ ਨੌਕਾ ਦਾ ਪੂਰ ਹੀ ਹੈ। ਸੰਜੋਗ ਵਿਜੋਗ ਸਮੇਂ ਸਿਰ ਹੋਈ। ਇਹ ਸਮੇਂ ਦੇ ਨਾਲ ਸੰਜੋਗ ਮਿਲਾਪ ਬਣਦਾ ਹੈ, ਸਮੇਂ ਦੇ ਨਾਲ ਵਿਜੋਗ ਹੋ ਜਾਂਦਾ ਹੈ। ਇਹ ਤਾਂ ਸੰਜੋਗ ਵਿਜੋਗ ਦੋ ਕਾਰ ਚਲਾਵੇ ਲੇਖੇ ਆਵੇਂ ਭਾਗ ਹੈ। ਗਿਆਨੀ ਸਮਾਨ ਰਹਿ ਜੁਗ ਤੇ ਜਗ। ਸੰਸਾਰ ਵਿੱਚ ਜਿਹੜਾ ਗਿਆਨਵਾਨ ਹੈ ਇਹਨਾਂ ਦੋਨਾਂ ਤੋਂ ਹੀ ਕਹਿੰਦੇ ਨੇ ਭਾਈ ਇਸ ਪ੍ਰਕਾਰ ਸਮਾਨ ਬਿਰਤੀ ਰੱਖਦਾ ਹੈ। ਸ਼ੋਕ ਨਾ ਹੋਵੇ ਹਰਖੰਤ ਨਾ ਕੋਈ। ਤੇ ਉਹਨੂੰ ਜੇ ਸੰਜੋਗ ਹੈ ਤੇ ਕੋਈ ਖੁਸ਼ੀ ਨਹੀਂ, ਤੇ ਵਿਜੋਗ ਹੈ ਕੋਈ ਸੋਗ ਨਹੀਂ, ਕੋਈ ਦੁੱਖ ਨਹੀਂ ਹੈ। ਤੋ ਗਿਆਨਵਾਨ ਸਦਾ ਇੱਕ ਸਮਾਨ ਬਿਰਤੀ ਵਿੱਚ ਰਹਿੰਦਾ ਹੈ। ਜੋ ਰਾਏ ਸਾਹਿਬ ਜੀ ਤੁਸੀਂ ਗਿਆਨ ਦੀ ਗੱਲ ਕੀਤੀ ਮਾਤਾ ਪਿਤਾ ਜੀ ਬਾਰੇ, ਸਮੇਂ ਦੇ ਨਾਲ ਗਿਆਨ ਇਹਨਾਂ ਨੂੰ ਹੋ ਜਾਏਗਾ। ਜੋ ਤੁਸੀਂ ਅਰਦਾਸ ਕੀਤੀ ਹੈ ਕਿ ਤੁਸੀਂ ਕੋਲ ਰਹੋ, ਮਹਾਰਾਜ ਕਹਿੰਦੇ ਕੋਲ ਰਹਿ ਨਹੀਂ ਸਕਦੇ, ਕਿਉਂਕਿ ਸਾਡਾ ਕੰਮ ਤਾਂ ਜਾਣਦਾ ਹੀ ਹੈ। ਇਉਂ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਕੇ ਰਹਿਮਤ ਕਰਕੇ ਸੋ ਇਉਂ ਜਗਤ ਜਲੰਦੇ ਨੂੰ ਤਾਰਨ ਵਾਸਤੇ ਉਦਮ ਵਿੱਚ ਹਨ। ਮਹਾਨ ਬਖਸ਼ਿਸ਼ਾਂ ਹਜ਼ੂਰ ਪਾਤਸ਼ਾਹ ਜੀ ਕਰ ਰਹੇ ਨੇ। ਹਰ ਪ੍ਰਸੰਗ 'ਚੋਂ ਜਿੱਥੇ ਵੀ ਮੇਰੇ ਗੁਰੂ ਨਾਨਕ ਨੇ ਬਖਸ਼ਿਸ਼ ਕੀਤੀ ਹੈ ਉੱਥੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਹੇ ਗੁਰਸਿੱਖ ਤੂੰ ਕਿਸ ਤਰ੍ਹਾਂ ਭਵਜਨ ਪਾਰ ਹੋ ਸਕਦਾ ਹੈ। ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਨ, ਸਾਡੇ ਮਨ ਵਿੱਚ ਗੁਰੂ ਦਾ ਉਪਦੇਸ਼ ਵਸੇ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀਆਂ ਬਰਕਤਾਂ ਦੇ ਪਾਤਰ ਬਣੀਏ। ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸਣੀਆਂ, ਯਹੋਵਾ ਸਾਹਿਬ ਸੁਮੇਲ ਦੀ ਦਾਤ ਪ੍ਰਾਪਤ ਹੋਵੇ। ਨੌਕਾ ਸੋ ਮੇਲ ਬਨਿਓ ਜਗ ਮਾਹੇ। ਸੰਜੋਗ ਵਿਜੋਗ ਸਮੇਂ ਸਿਰ ਹੋਈ। ਗਿਆਨੀ ਸਮਾਨ ਰਹਿ ਜੁਗ ਤੇ ਜਗ। ਸੋਕ ਨਾ ਹੋਵੇ ਹਰਖੰਤ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।